ਇਹ ਜਿਹੜੇ ਉੱਤੇ ਬੈਠੇ ਹਾਕਮ ਜਾਬਰ ਜ਼ਾਲਮ ਤੇ ਇਹਨਾਂ ਦਾ ਖਰੀਦਿਆ ਮੀਡੀਆ ਇਹ ਕਹਿੰਦਾ ਸੀ ਕਿਸਾਨ ਤੋਂ ਅਨਪੜ੍ਹ ਹੋਤੇ ਹੈ। ਤੇ ਜਦੋਂ ਇਹਨਾਂ ਦੇ ਆਈਟੀ ਸੈੱਲ ਦੀ ਬੱਸ ਕਰਾਤੀ ਨਾ ਸਾਡੇ ਮੁੰਡਿਆਂ ਨੇ ਟਵਿੱਟਰ ਤੇ ਅਕਾਊਂਟ ਖੋਲ ਕੇ, ਜਦੋਂ ਸਾਡੇ ਮੁੰਡਿਆਂ ਨੇ ਧੱਕ ਪਾਤੀ ਜਦੋਂ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਪੋਸਟਾਂ ਪਾ ਕੇ, ਇਹ ਹੁਣ ਨਵੀਂ ਭਰਤੀ ਖੋਲੀ ਹੋਣੀ, ਇਹਨਾਂ ਕੋਲ ਬੰਦੇ ਘਟ ਗਏ ਹੋਣੇ ਨੇ। ਸਾਰਾ ਦੇਸ਼ ਅੱਗੇ ਲਾਇਆ ਸੀ ਇਹਨਾਂ ਨੇ ਸੋਸ਼ਲ ਮੀਡੀਆ ਤੇ, ਸਾਡੇ ਮੁੰਡੇ ਉਹਨਾਂ ਦੀ ਪੋਸਟ ਹੀ ਨਹੀਂ ਚੱਲਣ ਦਿੰਦੇ। ਕੋਈ ਇੰਨਾ ਵਕਤ ਪਾਇਆ ਉਹਨਾਂ ਨੂੰ। ਹੁਣ ਉਹਨਾਂ ਦੇ ਕੋਈ ਸਾਡੀ ਪੋਸਟ ਪੈਂਦੀ ਹੈ ਨਾ ਕਿਸਾਨਾਂ ਦੀ, ਅੱਗੇ ਉਹਨਾਂ ਦੇ 50 ਕਮੈਂਟ ਡਿੱਗਦੇ ਹੁੰਦੇ ਸੀ, ਹੁਣ 40 ਕਮੈਂਟਾਂ ਤੋਂ ਬਾਅਦ ਉਹਨਾਂ ਦਾ ਇੱਕ ਸੜਿਆ ਜਿਹਾ ਕਮੈਂਟ ਆਉਂਦਾ। ਉਹ ਇੱਕ ਦਿਨ ਮੈਂ ਵੇਖਿਆ ਕਿ ਇਹਨਾਂ ਦੀ ਵੀ ਪੜ੍ਹੀ ਲਿਖੀ ਅਕਲ ਦੇਖ ਲਈ। ਇੱਕ ਕਿਸੇ ਬੰਦੇ ਨੇ ਬਹੁਤ ਸੋਹਣਾ ਕਮੈਂਟ ਪਾਇਆ ਸੀ कि अगर किसान नहीं रहेगा तो ये अन्न पानी की बात छोड़ो, घरों में दूध भी नहीं आएगा। थल्ले एक बेवकूफ जनानी ने लिखा कोई बात नहीं हम पैकेटों वाला दूध ले लेंगे। ਉਹਨੂੰ ਪੁੱਛੇ ਕੋਈ ਬੇਵਕੂਫ ਨੂੰ ਵੀ ਪੈਕਟਾਂ 'ਚ ਦੁੱਧ ਜਿਹੜਾ ਹੁੰਦਾ ਹੈ ਉਹ ਅਡਾਨੀ ਦੀਆਂ ਜੂਆਂ ਸੂੰਦੀਆਂ ਨੇ, ਉਹ ਕਿੱਥੋਂ ਆ ਜਾਣਾ? ਇੰਨੀ ਅਕਲ ਨਹੀਂ ਹੈਗੀ ਵੀ ਦੁੱਧ ਤੇ ਉੱਥੋਂ ਹੀ ਆਉਣਾ ਬੇਬੇ, ਉਹ ਤੇਰੇ ਫੁੱਫੜਾਂ ਨੇ ਭੇਜਣਾ ਤੇ ਪੈਕਟਾਂ 'ਚ ਪੈਣਾ। ਇਹ ਪੈਕਟਾਂ ਦਾ ਮੀਂਹ ਪੈਂਦਾ ਕਿਦੋਂ ਵੀ ਤੂੰ ਛੱਤ ਤੋਂ ਇਕੱਠੇ ਕਰ ਲਿਆਏਂਗੀ ਜਾ ਕੇ। ਅਜੇ ਤਾਂ ਕਿਸਾਨ ਸਿਰਫ ਧਰਨੇ ਤੇ ਆਏ ਆ, ਸਟ੍ਰਾਈਕ ਤੇ ਨਹੀਂ ਆਏ। ਗੱਲ ਦਾ ਫਰਕ ਸਮਝਿਓ। ਜਿੱਦਾਂ ਇਹ ਬਾਬੂ ਕਰ ਦਿੰਦੇ ਨਾ ਕਲਮ ਛੋੜ ਹੜਤਾਲ, ਕਹਿ ਦਿੰਦੇ ਨਾ ਕੰਮ ਤੋਂ ਅੱਜ ਅਸੀਂ ਹੜਤਾਲ ਕਰ ਦਿੱਤੀ ਹੈ। ਜਿੱਦਣ ਕਿਸਾਨ ਨੇ ਹੱਲ ਛੋੜ ਹੜਤਾਲ ਕਰਤੀ ਨਾ, ਜਿੱਦਣ ਕਹਿੰਦਾ ਖੇਤਾਂ 'ਚ ਨਹੀਂ ਜਾਣਾ ਘਰ ਬਹਿ ਗਏ, ਜੇ ਕਿਤੇ 6 ਮਹੀਨੇ ਘਰ ਬਹਿ ਗਿਆ ਨਾ ਕਿਸਾਨ, ਇਹਨਾਂ ਨੂੰ ਪੁੱਛ ਲਓ ਵੀ ਕਣਕ ਗਮਲਿਆਂ 'ਚ ਉਗਾ ਲੋਗੇ? ਫਿਰ ਬੀਬੀਆਂ ਮਾਲੀ ਨੂੰ ਪੁੱਛਦੀਆਂ ਫਿਰਨਗੀਆਂ ਇਹ ਛੋਟੇ गमले में झोना लगा देना, बच्चे चावल मांगते हैं। ये बाटा दिया बड़ा सारा बाटा, उसमें थोड़ी मक्की लगा दो बेटा, छलियां खाएंगे। 2.5 छलियां नहीं होनियां माता ओहदे च। फिर पुत्तो बुढ़े की आवाज आनी इन्हों दे बेटे वो बड़े वाले गमले में थोड़ा कमाद भी लगवा लो बेटे, मुझे शुगर हो गई है, मिठे को तो फिर भी दिल करता है ना कभी कभी। ਉਹ ਕਮਲਿਓ ਕਿੱਥੇ ਜਾਓਗੇ ਯਾਰ? ਕੋਵਿਡ ਦੇ ਵਿੱਚ ਲੋਕਾਂ ਨੇ ਕੱਪੜੇ ਖਰੀਦਣੇ ਬੰਦ ਕਰਤੇ, ਬੂਟ ਖਰੀਦਣੇ ਬੰਦ ਕਰਤੇ ਤੇ ਸਿਰ 'ਚ ਤੇਲ ਨਹੀਂ ਚਸਾਏ ਹੋਣੇ, ਉਦਾਂ ਹੀ ਕੰਘੀ ਵਾਹੀ ਜਾਂਦੇ ਹੋਣੇ ਵੀ ਚੱਲ ਤੇਲ ਮੁੱਕਾ। ਪਰ ਰੋਟੀ ਤੋਂ ਬਿਨਾਂ ਤੇ ਕੋਈ ਨਹੀਂ ਨਾ ਸੁੱਤਾ, ਭਾਵੇਂ ਲੰਗਰ 'ਚੋਂ ਆਈ, ਭਾਵੇਂ ਦਾਨ ਆਇਆ, ਭਾਵੇਂ ਗਵਾਂਢੀਆਂ ਤੋਂ ਆਟਾ ਮੰਗਿਆ, ਰੋਟੀ ਤੇ ਖਾਣੀ ਪਈ ਕਿ ਨਹੀਂ? ਕਿ ਸਰ ਗਿਆ ਸੀ ਰੋਟੀ ਖਾਦੇ ਬਿਨਾਂ? ਸੋ ਇਹ ਅਨਪੜ੍ਹ ਕਹਿੰਦੇ ਸੀ, ਅਨਪੜ੍ਹ। ਇਹ ਅਸਲ 'ਚ ਅਸੀਂ ਸਾਨੂੰ ਅਨਪੜ੍ਹ ਕਹਿੰਦੇ, ਆਪ ਅਨਪਾੜ ਨੇ। ਸਾਡਾ ਅੰਨ ਪਾੜ ਕੇ ਸਾਨੂੰ ਅਨਪੜ੍ਹ ਦੱਸੀ ਜਾਂਦੇ ਨੇ। ਇਹਨਾਂ ਨੂੰ ਪਤਾ ਹੀ ਨਹੀਂ ਸਾਡੇ ਖੇਤਾਂ 'ਚ ਆ ਕੇ ਵੇਖੋ ਡਿਜੀਟਲ ਫਾਰਮਿੰਗ ਕਿਵੇਂ ਹੁੰਦੀ ਹੈ। ਇਹਨਾਂ ਨੂੰ ਆ ਕੇ ਸਾਡੇ ਖੇਤਾਂ 'ਚ ਦਿਖਾਓ ਪੋਲੀ ਫਾਰਮਿੰਗ ਕਰਦੇ ਸਾਡੇ ਕਿਸਾਨ, ਫਿਰ ਪਤਾ ਲੱਗੇਗਾ। ਇਹਨਾਂ ਅਨਪਾੜਾਂ ਨੂੰ ਪਤਾ ਲੱਗ ਜਾਏਗਾ ਅਨਪੜ੍ਹ ਕੀ ਹੁੰਦੇ ਨੇ। ਇਹਨਾਂ ਅਨਪੜ੍ਹਾਂ ਨੂੰ ਕਹੋ ਸੁੱਤੇ ਰਹਿਣ ਦੋ। ਜੇ ਅਨਪੜ੍ਹਾਂ ਨੇ ਕਿਤੇ ਉੱਠ ਕੇ ਫਰਦਾਂ ਫਰੋਲ ਲਈਆਂ, ਦਿੱਲੀ ਕਿਤੇ ਪੰਜਾਬ ਦੀ ਜ਼ਮੀਨ 'ਚ ਨਾ ਨਿਕਲ ਆਵੇ। ਔਰ ਇੱਕ ਗੱਲ ਦੀ ਮੈਨੂੰ ਬਹੁਤ ਖੁਸ਼ੀ ਹੋਈ ਹੈ, ਇੰਨੀ ਉਮਰ ਹੋ ਗਈ ਹੈ, ਇੰਨੀ ਉਮਰ ਦੇ ਵਿੱਚ ਇੱਕ ਫਿਕਰਾ ਰੋਜ਼ ਵਰਤੀਦਾ ਸੀ, ਪਰ ਉਹਦਾ ਕਦੀ ਪਤਾ ਨਹੀਂ ਸੀ ਲੱਗਾ ਵੀ ਇਹਦਾ ਮਤਲਬ ਕੀ ਹੁੰਦਾ। ਅੱਜ ਇੰਨੇ ਸਾਲਾਂ ਬਾਅਦ ਮਤਲਬ ਪਤਾ ਲੱਗਾ। ਜਦੋਂ ਕੋਈ ਲੜਾਈ ਹੁੰਦੀ, ਗੁੱਸੇ ਨਾਰਾਜ਼ਗੀ ਹੁੰਦੀ ਹੈ ਨਾ, ਸਾਰੇ ਕਹਿੰਦੇ ਯਾਰ ਏਡੀ ਕਿਹੜੀ ਗੱਲ ਹੋ ਗਈ, ਤੂੰ ਰਾਸ਼ਨ ਪਾਣੀ ਲੈ ਕੇ ਚੜ ਗਿਆ। ਸਮਝ ਨਹੀਂ ਸੀ ਆਂਦੀ ਰਾਸ਼ਨ ਪਾਣੀ ਲੈ ਕੇ ਕਿੱਦਾਂ ਚੜ ਗਿਆ। ਆ ਹੁਣ ਪਤਾ ਲੱਗਾ 6 ਮਹੀਨੇ ਦਾ ਰਾਸ਼ਨ ਪਾਣੀ ਲੈ ਕੇ ਚੜ ਗਏ ਨੇ। ਇੱਕ ਜਣਾ ਕਹਿੰਦਾ ਸਿਰਫ 6 ਮਹੀਨੇ का ही है ना, कोई बात नहीं। ਉਹ ਮੈਂ ਕਿਹਾ 6 ਮਹੀਨੇ ਦਾ ਤਾਂ ਲਿਆਂਦਾ ਵੀ ਖਰਾਬ ਹੋ ਜਾਂਦਾ, ਮਗਰ 1.5 ਸਾਲ ਦਾ ਇਕੱਠਾ ਕਰਕੇ ਵੀ ਰੱਖ ਕੇ ਆਏ ਆ। ਸਤਿ ਸ੍ਰੀ ਅਕਾਲ। ਸੋ ਬੇਨਤੀ ਇਹ ਕਰਨੀ ਹੈ, ਟਾਈਮ ਬੜਾ ਥੋੜਾ, ਦਿਲ ਤਾਂ ਬਹੁਤ ਗੱਲਾਂ ਕਰਨ ਨੂੰ ਕਰਦਾ, ਪਰ ਵੇਖੋ ਜਿੱਥੇ ਅੱਜ ਪੰਜਾਬ ਦਾ ਹੀ ਨਹੀਂ ਹਿੰਦੁਸਤਾਨ ਦਾ ਕਿਸਾਨ ਨਹੀਂ, ਹਰ ਇਨਸਾਨ ਇਸ ਮੁੱਦੇ ਨਾਲ ਜੁੜ ਗਿਆ। ਜੇ ਤਾਂ ਕਿਸਾਨ ਜੁੜਿਆ ਤਾਂ ਛੱਡ ਦੋ, ਜੇ ਹਰ ਇਨਸਾਨ ਜੁੜਿਆ ਤੇ ਤਾਲੀ ਮਾਰ ਦਿਓ ਇਨਸਾਨ ਦੇ ਨਾਂ ਤੇ। ਜਿਹਦੇ ਅੰਦਰ ਜ਼ਮੀਰ ਹੈ ਨਾ, ਉਹ ਮੈਂ ਤਾਂ ਐਸੇ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਖੇਤ ਕਿੱਥੇ ਹੁੰਦੇ ਨੇ। जिंदाबाद बापू जिंदाबाद।
जिन्हां नूं पता ही नहीं खेत किहड़े पासे हुंदे ने, वो भी लैके खड़े ने तख्तियां। जमीन नहीं है तो क्या हुआ, जमीर तो है। जिन्हां दी जमीर है वो भी साडे नाल खड़े ने अज इत्थे। सो कहण दा मतलब है कि किसानी नूं अज सपोर्ट मिल रही है, समर्थन मिल रहा उन्हां लोकां दा जिन्हां नूं किसान दा मतलब नहीं सी पता की हुंदा है, वो भी साडे नाल अज खड़े ने। और मैनूं बड़ी खुशी हुई, कल मैं बड़ी देर तो उਡੀक रिहा सी, एक खबर पढ़ी जदों बड़ा चाह चढ़िया कि हर वर्ग किसानी दे नाल जुड़िया सी। साबका फौजी अजे गज्जे नहीं सी ओने, हुण पता लग गया कि पंजाब तो साबका फौजियां दे जथे भी चल पए ने। इन्हां नूं समझ जाना चाहिदा, असीं सारे पिछे होवांगे। साडे जिहड़े बजुर्ग साबका फौजी जिन्हां ने आले दुआले दे देशां दीयां धुक्कियां कड्ढियां, इस देश लई लड़दियां, पहिलों उन्हां ने खड़े होना जे साडे बजुर्गां ने, साबका फौजियां ने। उन्हां नूं लंघ के अगे आउणा पैणा। तुहानूं जे आ सकदे हो तां दस दिओ। आ गुरु दियां लाडलियां फौजां बैठियां, मैं गुरु दियां लाडलियां फौजां दा भी बयान सुनिया। पत्रकार पूछ रहा है कि आप तो निहंग सिंह हैं, आपको क्या मतलब किसानी से, आप तो किसानी करते नहीं हो। बड़ा सोहना जवाब सी बाबा जी दा, कहंदे बिल्कुल हम किसानी नहीं करते हैं, हमारा किसानी से कोई मतलब नहीं है, लेकिन हम किसानों की फौज हैं। अगर किसान कहेंगे मुद्दा हल हो गया, हम वापस चले जाएंगे। अगर कहेंगे भाई आगे चलना है, मुद्दा हल नहीं हुआ, तो पहले हम गोलियां खाएंगे, फिर उन पर बात जाएगी। इधर उनकी फौज है, इधर किसान की फौज खड़ी है। सो किथे किथे दी गल करांगे, लास्ट ते कहांगा, मैनूं पता हुण समा घट है। मैनूं खुशी है कि डॉक्टर साडे नाल आ गए, वर्कर साडे नाल आ गए, हर तरह का काम करने वाले कारोबारी साडे नाल आ गए, मकैनिक आ गए, इंजीनियर आ गए। खुशी की गल है, मैं उही उत्थे ही आन लगा, वकील आ गए, वो जज आ गए, हुण ते चोरां नूं भी आ जाना चाहिए नाल। बहुत मेहरबानी, शुक्रिया। वाहिगुरू जी का खालसा, वाहिगुरू जी की फतेह। आ सरदार करनैल सिंह मसाणिया साडे पिंडां वाल दे लोकी कहंदे गुरदासपुरीए पहुंचे कि नहीं। अब 35 ट्रालियां लैके पहुंचे हुए ने मसाणिया साहब, 35 गड्डियां इन्हां दे नाल आईयां ने, तीजी बार आए ने। ते पता ही नहीं हुण ते माझा मालवा दुआबा छड्डो, हरियाणा, राजस्थान, हिमाचल, मध्य प्रदेश, केरला, लो कहंदे कनेडा तो भी जहाज उतर गए ने। हुण ते इहदे चों भी बंदा उतर आउणा मैनूं ते लगदा कोई ना कोई। बहुत शुक्रिया। जिंदाबाद किसान मजदूर एकता, किसान मजदूर एकता, साडे हक। ਇਹ आवाज नहीं जाती ਸਿੰਘੂ बार्डर तो अगे। पहली गल तो ਸਿੰਘੂ बार्डर का ना ही बदलता, तुसी ਸਿੰਘ बार्डर ही करता। अरे आवाज उत्थे जानी चाहिए जिथे मैं पहुंचानी चाहना। साडे हक, साडे हक, जिंदाबाद। बहुत बहुत धन्यवाद गुरप्रीत घुग्गी जी का। हुण मैं बेनती करांगा अगले बुलारे लखा सधाणा जी, ते नाल असीं धन्नवाद करना है इंजीनियर मनजिंदर सिंह मत्ते नंगल, चेयरमैन कौंसल ऑफ डिप्लोमा इंजीनियर पंजाब, हिमाचल, हरियाणा, चंडीगढ़। वो वड्डा काफला लेके आए, उन्होंने बहुत बहुत धन्यवाद। गुरिंदर सिंह मेहंदी रत्ता पत्रकार कोटकपूरा, उन्होंने वालों 11,000 का योगदान दिता है संघर्ष में, उन्होंने धन्यवाद करते, उन्होंने सारी टीम का धन्यवाद करते हैं। हुण मैं बेनती करांगा लखा सधाणा जी वो माइक पर आ जाण, ते उस तो बाद साडी स्टेज सकत्तर दीयां सेवावां जिहड़े अमरजीत सिंह जी निभाउणगे वो भी लागे आ जाण। बहुत ठीक। सारी संगत फतेह प्रवान करना। वाहिगुरू जी का खालसा, वाहिगुरू जी की फतेह। मैं भरावो लंबा चौड़ा कोई भाषण नहीं देना, मैं कल बोल के गया सी। अज मैं सिर्फ 2-3 गल्लां ने जिहड़ियां वो सांझियां करनियां ने। पहली गल तां यह है कि एक गल दा ख्याल करियो, वार वार जिहड़ियां गल्लां स्टेज दे उत्ते इत्थों दी प्रबंधक जिहड़ी कमेटी आ उन्हां दे कोले आउंदियां ने कि आम एक निराशता जिहड़ी फैलाई जा रही है लोकां दे विच कि यार इहदा लम्मा काम इन्हां ने चला लिया, गिला पीना पा लिया, हुण आपां नूं ज़्यादा अगे वधना चाहिदा है, जे नहीं अगे वधदे ते चलो इत्थे फिर कुछ नहीं हैगा, घरां नूं मुड़ चलो। ये कौन बंदे ने? ये सानू बंदे पहचानण दी लोड़ है
ਇਹਨਾਂ ਦੀ ਬੰਦੇ ਨੇ ਖਿਆਲ ਰੱਖਿਓ। ਜਿਹੜਾ ਬੰਦਾ ਤੁਹਾਡੇ ਕੋਲੇ ਆ ਕੇ ਕੋਈ ਇਹੋ ਜਿਹੀ ਗੱਲਬਾਤ ਕਰਦਾ ਹੈ, ਉਹਦੇ ਕੋਲੇ ਝੰਡਾ, ਮੈਂ ਕੱਲ ਵੀ ਕਿਹਾ ਸੀ ਝੰਡਾ ਹੋ ਸਕਦਾ ਹੈ, ਉਹਦੇ ਕੋਲੇ ਪੱਗ ਵੀ ਬੰਨੀ ਹੋ ਸਕਦੀ ਹੈ। ਆਮ ਹੀ ਗੱਲ ਚਲਾ ਲੈਂਦੇ ਆ ਕੇ, ਬਾਈ ਕਿਹੜਾ ਜ਼ਿਲ੍ਹਾ ਹੈ, ਜਿੱਥੇ 10 15 20 ਜਾਣੇ ਖੜੇ ਹੋਣ ਉੱਥੇ ਕਹਿ ਦਿੰਦੇ ਆ ਬਾਈ ਕਿਹੜਾ ਪਿੰਡ ਹੈ, ਕਿਹੜਾ ਜ਼ਿਲ੍ਹਾ ਹੈ। ਆਪਣੇ ਵਰਗਾ ਕਹਿ ਦਿੰਦਾ ਬਾਈ ਬਠਿੰਡਾ, ਸੰਗਰੂਰ ਹੈ, ਪਟਿਆਲਾ, ਜਲੰਧਰ ਹੈ, ਕਪੂਰਥਲਾ ਹੈ, ਮੇਰਾ ਬਾਈ ਫਿਰੋਜ਼ਪੁਰ ਹੈ। ਹੁਣ ਜਿਹੜੇ ਕੀ ਕਰਨਗੇ, ਇੱਥੇ 15 ਦਿਨ ਤਾਂ ਹੋ ਗਏ ਬੈਠਿਆਂ ਨੂੰ, ਹੁਣ ਆਪਾਂ ਨੂੰ ਗਾਹਾਂ ਵਰਤਣਾ ਚਾਹੀਦਾ ਜਾਂ ਤਾਂ, ਤੇ ਜਾਂ ਫਿਰ ਇਹ ਕੁਛ ਨਹੀਂ ਕਰਦੇ, ਹੁਣ ਆਪਾਂ ਨੂੰ ਘਰਾਂ ਨੂੰ ਮੁੜ ਜਾਣਾ ਚਾਹੀਦਾ ਹੈ। ਜਣੇ ਇਹ ਉਹਨਾਂ ਦੇ ਬੰਦਿਆਂ ਵੱਲੋਂ ਇੱਕ ਇਹੋ ਜਿਹਾ ਵਰਤਾਂਤ, ਇਹੋ ਜਿਹਾ ਮਾਹੌਲ ਸਿਰਜਿਆ ਜਾ ਰਿਹਾ, ਇਹ ਗੱਲ ਅਸੀਂ ਖਾਸ ਖਿਆਲ ਰੱਖਣੀ ਆ। ਦੂਜੀ ਗੱਲ, ਮੈਂ ਕੱਲ ਬੋਲ ਕੇ ਗਿਆ, ਮੈਂ ਚੱਲ ਕੋਈ ਗੱਲ ਨਹੀਂ, ਪੰਜਾਬ ਦੇ ਵਿੱਚ ਵਿਆਹਾਂ ਦਾ ਮਾਹੌਲ ਹੈ, ਪੰਜਾਬ ਦੇ ਵਿੱਚ ਵਿਆਹਾਂ ਦਾ ਮਾਹੌਲ ਆ। ਮੈਂ ਕਿਹਾ ਪਿੱਛੇ ਕੋਈ ਗੱਲ ਨਹੀਂ, ਮੁੰਡੇ ਜੇ ਡਿੱਕ ਡੁੱਕ ਲਾ ਕੇ ਟਰੈਕਟਰਾਂ ਤੇ ਨੱਚਦੇ ਆ, ਨੱਚ ਲਿਆ ਕਰਨ ਦਿਓ। ਪਰ ਉਹਦਾ ਅਸਰ ਇਹੋ ਜਿਹਾ ਹੋਇਆ, ਮੈਂ ਰਾਤ ਉੱਥੇ ਦੇਖਿਆ 3 ਵਜੇ ਦਾ ਟਾਈਮ ਸੀ, ਰਸੋਈ ਢਾਬੇ ਕੋਲੇ, ਤੇ ਆਪਣੇ ਮੁੰਡੇ ਸਾਰੀ ਰਾਤ ਹੀ ਖੌਰੂ ਪਾਈ ਗਏ ਆ। ਸੋ ਇੰਨਾ ਨਾ ਕਰੋ ਤਾਂ ਕਿ ਤੁਹਾਡਾ ਇਹਨਾਂ ਦਾ ਜਿਹੜਾ ਮੀਡੀਆ ਫਿਰਦਾ, ਤੁਹਾਡੀ ਉਨੀ ਕੁ ਵੀਡੀਓ ਬਣਾ ਕੇ ਕਿ ਆਹ ਦੇਖੋ ਜੀ ਦਾਰੂ ਪੀ ਕੇ ਖਰੂਦ ਪਾਉਣ ਵਾਲੇ ਬੰਦੇ ਨੇ, ਇਹ ਕਿਹੜੇ ਗੰਭੀਰ ਇਨਸਾਨ ਨੇ ਜਾਂ ਕਿਹੜੇ ਗੰਭੀਰ ਕਿਸਾਨ ਨੇ ਜਿਹੜੇ ਆਪਣੇ ਹੱਕਾਂ ਲਈ ਆਏ ਹੋਏ ਨੇ। ਸਾ ਇਸ ਗੱਲ ਤੋਂ ਥੋੜਾ ਗਰੇਜ ਕਰਿਓ। ਤੀਜੀ ਗੱਲ, ਕਈ ਨੌਜਵਾਨ ਇੱਥੇ ਸਟੇਜ ਤੇ ਆ ਕੇ ਕਹਿੰਦੇ ਆ, ਪ੍ਰਬੰਧਕਾਂ ਨੂੰ ਕਹਿੰਦੇ ਆ ਕਿ ਲੱਖੇ ਨੂੰ ਰੋਜ਼ ਬੁਲਾ ਦਿਆ ਕਰੋ ਜੀ। ਇਹ ਮੈਨੂੰ ਕਹਿੰਦੇ ਆ ਵੀ ਰੋਜ਼ ਬੋਲ ਲਾ, ਪਰ ਮੈਂ ਹੀ ਕਹਿ ਦਿੰਦਾ ਵੀ ਕੋਈ ਗੱਲ ਨਹੀਂ ਯਾਰ, ਰੋਜ਼ ਉਹੀ ਗੱਲ ਹੁੰਦੀ ਹੈ, ਰੋਜ਼ ਨਹੀਂ ਇੰਨੀਆਂ ਨਵੀਆਂ ਗੱਲਾਂ ਆ ਜਾਂਦੀਆਂ ਸਾਡੇ ਕੋਲੇ। ਮੈਂ ਕੋਈ ਗੱਲ ਨਹੀਂ, 1-2 ਦਿਨ ਵਿੱਚ ਦੀ ਪਾ ਕੇ ਬੋਲ ਲਿਆ ਕਰੂੰਗਾ। ਮੈਂ ਆਪਣੇ ਵੱਲੋਂ ਗੱਲ ਕਹਿਣੀ ਚਾਹੁੰਦਾ ਉਹਨਾਂ ਸਾਰੇ ਨੌਜਵਾਨਾਂ ਨੂੰ ਕਿ ਸਾਡੇ 'ਚ ਕੋਈ ਦਫਾੜ ਵਾਲੀ ਗੱਲ ਨਹੀਂ ਹੈ। ਕਿਸਾਨ ਆਗੂਆਂ ਦੇ ਨਾਲ ਖੜੇ ਆ, ਨਾਲ ਖੜੇ ਰਹਾਂਗੇ। ਬਸ ਇਹਨਾਂ ਗੱਲਾਂ ਦਾ ਖਿਆਲ ਰੱਖਣਾ। ਤੁਸੀਂ ਜੇ ਆ 5-7 ਦਿਨ ਵਧੀਆ ਤਰੀਕੇ ਨਾਲ ਕੱਟ ਗਏ ਨਾ, ਸਬਰ ਬਣਾਈ ਰੱਖਿਆ, ਇਹੋ ਜਿਹੀਆਂ ਗੱਲਾਂ ਬਾਤਾਂ ਤੋਂ ਗਰੇਜ਼ ਕਰਦੇ ਰਹੇ, ਚਕੰਨੇ ਰਹੇ, ਤਾਂ ਤੁਸੀਂ ਦੇਖੋਗੇ ਕੀ ਭਾਵ ਇੱਥੇ ਵਿਖਦੀ ਆ। ਇਹ ਅੰਦਰੋਂ ਡਰੇ ਹੋਏ ਨੇ, ਹਿੱਲੀ ਹੋਈ ਆ ਸਰਕਾਰ। ਆ ਇੱਕ ਤੁਹਾਨੂੰ ਮੈਂ ਹੋਰ ਅੰਦਰੂਨੀ ਗੱਲ ਦੱਸ ਦਿੰਦਾ। ਜਦੋਂ ਅਖੀਰਲੀ ਮੀਟਿੰਗ ਆਪਣੀ ਕਿਸਾਨ ਕਰਕੇ ਆਏ ਐ ਅਮਿਤ ਸ਼ਾਹ ਦੇ ਨਾਲ, ਤੋਮਰ ਦੇ ਨਾਲ, ਤਾਂ ਉਹਨਾਂ ਨੂੰ ਇਹ ਮਨਾਉਣ ਦੇ ਵਿੱਚ ਕਾਮਯਾਬ ਹੋਏ ਆਪਣੇ ਕਿਸਾਨ ਆਗੂ ਕਿ ਤੁਹਾਡੀਆਂ ਗਲਤੀਆਂ ਨੇ। ਤਾਂ ਉਦੋਂ ਬਾਅਦ ਮੈਨੂੰ ਇਹ ਵੀ ਪਤਾ ਲੱਗਿਆ ਕਿ ਸੈਕਟਰੀ ਨੂੰ ਉਦੋਂ ਬਾਅਦ ਮੋਦੀ ਨੇ ਝਾੜਾਂ ਪਾਈਆਂ, ਤੋਮਰ ਨੂੰ ਝਾੜਾਂ ਪਾਈਆਂ ਕਿ ਤੁਸੀਂ ਤਾਂ ਕਹਿੰਦੇ ਸੀ ਅਨਪੜ੍ਹ ਕਿਸਾਨ ਨੇ, ਉਹ ਤੁਹਾਡੀ ਮੰਜੀ ਠੋਕ ਕੇ ਗਏ ਐ, ਤੁਹਾਨੂੰ ਮਨਾ ਕੇ ਗਿਆ ਕਿ ਤੁਸੀਂ ਗਲਤ ਹੋ। ਜਿਹੜੀ ਸਰਕਾਰ ਇਹ ਮੰਨਣ ਨੂੰ ਤਿਆਰ ਨਹੀਂ ਸੀ ਵੀ ਇਹ ਕਾਨੂੰਨ ਸਹੀ ਨੇ, ਕਿਸਾਨਾਂ ਦੇ ਹੱਕ 'ਚ ਨੇ, ਉਹ ਆਪਾਂ ਗਲਤ ਕਰਤੀ ਆ ਸਰਕਾਰ। ਸੋ ਮੇਰਾ ਵੀਰ ਇਹੀ ਮੇਰੀਆਂ ਬੇਨਤੀਆਂ ਸੀ, ਗੌਰ ਰੱਖਣੀ ਹੈ। ਬਹੁਤ ਵਧੀਆ ਹੋ ਰਿਹਾ, ਰਾਤ 2000-3000 ਦੇ ਕਰੀਬ ਟਰਾਲੀਆਂ ਨੇ ਜਿਹੜੀਆਂ ਮਾਝੇ ਤੋਂ ਚੱਲ ਕੇ ਆਈਆਂ ਨੇ, ਅੱਜ ਪੂਰਾ ਇਕੱਠ ਬਣਿਆ ਹੋਇਆ। ਸੋ ਹੋਰ ਜਿੰਨੇ ਭਰਾ ਰਹਿ ਗਏ ਨੇ ਹਲੇ ਬੈਠੇ ਨੇ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਉਹ ਵੀ ਛੇਤੀ ਛੇਤੀ ਆ ਜਾਓ। ਜਿੰਨਾ ਆਪਣਾ ਵੱਡਾ ਇਕੱਠ ਬਣਨਾ ਹੈ, ਉਹਨਾਂ CID ਦੀਆਂ ਰਿਪੋਰਟਾਂ ਨੇ ਜਿਹੜੀਆਂ ਹਾਂ ਬਾਈ ਕੋਲ ਇੱਕ ਗੱਲ ਆਈ ਆ ਵੀ ਜਿਹੜੇ ਨਕਲੀ ਕਿਸਾਨ ਬਣ ਕੇ ਤੁਹਾਨੂੰ ਗੱਲਾਂ ਕਰਦੇ ਆ ਨਾ, ਉਹਨਾਂ ਤੋਂ ਪੁੱਛ ਲਿਆ ਕਰੋ ਵੀ ਕਣਕ ਦਾ ਕਿੱਲੇ 'ਚ ਕਿੰਨਾ ਬੀਜ ਪੈਂਦਾ ਹੈ, ਕਿਹੜਾ ਬੀਜ ਤੁਸੀਂ ਬੀਜਿਆ ਹੋਇਆ। ਉਹ ਸਾਰਾ ਉੱਥੇ ਬਾਈ ਨੇ ਪੁੱਛਿਆ, 1-2 ਬੰਦਿਆਂ ਨੂੰ ਇਹ ਤਾਂ ਹੁਲੜਬਾਜ਼ੀ ਕਰਦੇ ਸੀ, ਪਤਾ ਹੀ ਨਹੀਂ ਕੱਖ ਹੁੰਦਾ। ਸੋ ਨਕਲੀ ਕਿਸਾਨਾਂ ਤੋਂ ਵੀ ਸੁਚੇਤ ਰਹਿਣਾ ਬਾਈ, ਧਿਆਨ ਰੱਖਣਾ। ਬਸ ਮਜ਼ਬੂਤ ਹੌਸਲਾ ਬਣਾਈ ਰੱਖਣਾ। ਕੋਈ ਵੀ ਨਿਰਾਸ਼ਤਾ ਵਾਲੀ ਗੱਲ ਨਹੀਂ ਕਰਨੀ, ਕੋਈ ਹੌਸਲਾ ਡਿੱਗੇ ਵਾਲੀ ਨਹੀਂ ਗੱਲ ਕਰਨੀ, ਕੋਈ ਢੈਂਦੀ ਕਲਾ ਦੀ ਨਹੀਂ ਗੱਲ ਕਰਨੀ। ਜਿੰਨੇ ਹਲੇ ਬੈਠੇ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਸੁਨੇਹਾ ਲਾ ਦਿਓ ਕਿ ਭਾਈ ਆ ਜਾਓ, ਬੰਦ ਲਓ ਵਹੀਰਾ, ਹੁਣ ਘੱਤ ਲਓ ਇਹਨਾਂ ਨੂੰ ਦਿੱਲੀ ਵੱਲ ਨੂੰ, ਤਾਂ ਕਿ ਆਪਾਂ ਦਿੱਲੀ ਨੂੰ ਇੱਕੋ ਹੀ ਗੱਲ, ਅੱਜ ਹਰ ਆਵਾਜ਼ ਇੱਕੋ ਹੀ ਆ ਰਹੀ ਹੈ ਕਿ ਅਸੀਂ ਦਿੱਲੀ ਨੂੰ ਹਰਾ ਕੇ ਜਾਣਾ, ਦਿੱਲੀ ਨੂੰ ਹਰਾ ਕੇ ਜਾਣਾ। ਤਾਂ ਜਦੋਂ ਫਿਰ ਇਹੋ ਜਿਹੀਆਂ ਆਵਾਜ਼ਾਂ ਆਉਂਦੀਆਂ ਨਾ, ਕਹਿੰਦੇ ਇਨਸਾਨ ਦੇ ਅੰਦਰ ਰੱਬ ਵਸਦਾ ਹੁੰਦਾ ਹੈ। ਤਾਂ ਜਿਹੜੀ ਪੋਜ਼ਿਟਿਵਿਟੀ ਆ, ਜਿਹੜੀ ਹਾਂ ਪੱਖੀ ਸਾਡੀ ਸੋਚ ਹੁੰਦੀ ਹੈ, ਗੱਲਾਂ ਹੁੰਦੀਆਂ ਨੇ, ਤਾਂ ਉਦੋਂ ਫਿਰ ਪ੍ਰਮਾਤਮਾ ਦੀ ਕਲਾ ਵੀ ਵਰਤਦੀ ਹੁੰਦੀ ਆ। ਸੋ ਇਸ ਕਰਕੇ ਕਦੇ ਵੀ ਕੋਈ ਢਿੱਲੀ ਨਹੀਂ ਗੱਲ ਕਰਨੀ, ਚੜ੍ਹਦੀ ਕਲਾ 'ਚ ਗੱਲ ਕਰਨੀ ਹੈ। ਕੋਈ ਗੱਲ ਨਹੀਂ, ਮੀਟਿੰਗਾਂ ਜਿੰਨੀਆਂ ਮਰਜ਼ੀ ਕਰੀ ਜਾਣ, ਇਹ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਮੀਟਿੰਗਾਂ ਹੋਣੀਆਂ ਨੇ। ਤਾਂ ਇੰਨੀ ਕੁ ਬੇਨਤੀ ਮੈਂ ਕਹੀਰ ਦੇ ਉੱਤੇ ਹੋਰ ਕਰ ਦਿੰਦਾ ਸਾਡੇ ਕਿਸਾਨ ਆਗੂਆਂ ਨੂੰ ਕਿ ਸੋਡੇ ਦੇ ਭਾਈ ਸਾਨੂੰ ਪੂਰਨ ਭਰੋਸਾ ਹੈ, ਤੁਸੀਂ ਅੱਗੇ ਲੱਗੇ ਹੋਏ ਹੋ, ਚੰਗੀ ਗਵਾਹੀ ਕਰ ਰਹੇ ਹੋ, ਪਰ ਤੁਹਾਨੂੰ ਇਹ ਥੜਕਾਉਣ ਦੀ ਕੋਸ਼ਿਸ਼ ਕਰਨਗੇ,
ਥੋੜਾ ਜਿਹਾ ਡਰਾਉਣ ਦੀ ਕੋਸ਼ਿਸ਼ ਵੀ ਕਰਨਗੇ, ਤਰ੍ਹਾਂ ਤਰ੍ਹਾਂ ਦੇ ਢੰਗ ਤਰੀਕੇ ਤੁਹਾਡੇ ਨਾਲ ਵਰਤਣਗੇ, ਪਰ ਤੁਸੀਂ ਡਟੇ ਰਹਿਣਾ ਹੈ। ਕਿਉਂਕਿ ਆ ਜਿਹੜੇ ਲੋਕ ਨੇ, ਆ ਰੱਬ ਵਰਗੇ ਲੋਕ ਨੇ ਜਿਹੜੇ, ਇਹ ਤੁਹਾਡੇ ਨਾਲ ਖੜੇ ਨੇ, ਇਹ ਚਟਾਨ ਬਣ ਕੇ ਤੁਹਾਡੇ ਨਾਲ ਖੜੇ ਨੇ, ਤੁਹਾਨੂੰ ਡੋਲਣ ਨਹੀਂ ਦੇਣਗੇ, ਤੁਹਾਨੂੰ ਥਿੜਕਣ ਨਹੀਂ ਦੇਣਗੇ। ਜਦੋਂ ਕੋਈ ਗੱਲਬਾਤ ਹੁੰਦੀ ਆ ਤੁਹਾਡੇ ਅੱਗੇ ਹੋ ਕੇ ਤੁਰਨਗੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਾਂਗਾ ਸੂਬਾ ਜਨਰਲ ਸਕੱਤਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਗੁਰਮੀਤ ਮਹਿਮਾ ਜੀ ਨੂੰ, ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ। ਜੇ ਗੁਰਮੀਤ ਮਹਿਮਾ ਜੀ ਸਟੇਜ ਤੇ ਹਾਜ਼ਰ ਨਹੀਂ ਤੇ ਗੰਨਾ ਸੰਘਰਸ਼ ਕਮੇਟੀ ਦਸੂਹਾ ਹੁਸ਼ਿਆਰਪੁਰ ਪੰਜਾਬ ਦੇ ਡਾਕਟਰ ਮਨਦੀਪ ਸਿੰਘ, ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਸਟੇਜ ਤੇ ਆਉਣ। ਉਹਨਾਂ ਤੋਂ ਧੰਨਵਾਦ ਕਰਦੇ ਹਾਂ ਜੀ ਨਰਿੰਦਰ ਸਿੰਘ ਮਹਿਰੌਲੀ ਨਵੀਂ ਦਿੱਲੀ, ਜਿਨ੍ਹਾਂ ਨੇ 2100 ਰੁਪਏ ਦਾ ਯੋਗਦਾਨ ਕਿਸਾਨਾਂ ਨਾਲ ਇਸ ਸੰਘਰਸ਼ ਵਿੱਚ ਦਿੱਤਾ। ਕਿਸਾਨ ਏਕਤਾ, ਕਿਸਾਨ ਮਜ਼ਦੂਰ ਏਕਤਾ, ਸਾਡੇ ਹੱਕ, ਸਾਡੇ ਹੱਕ। ਹੁਣ ਮੈਂ ਯਾਰ ਨਾਂ ਲਿਖ ਕੇ ਦੋ ਨਾ, ਫਿਰ ਮੈਂ ਕਿਦਾਂ। ਅਤੇ ਸਾਡੇ ਸੈਕਟਰੀ ਸਾਹਿਬ ਔਰ ਕਿਸਾਨ ਯੂਨੀਅਨ ਜਿਨ੍ਹਾਂ ਨੇ ਇਹ ਚਲਾਇਆ ਹੈ, ਕਿਸਾਨ ਯੂਨੀਅਨ ਦਾ ਝੰਡਾ ਬੁਲੰਦ ਕੀਤਾ ਹੈ, ਮੈਂ ਉਹਨਾਂ ਦਾ ਬੜਾ ਧੰਨਵਾਦ ਹਾਂ। ਔਰ ਜਿੰਨੇ ਵੀ ਇੱਥੇ ਸੰਗਤਾਂ ਆਈਆਂ ਨੇ ਉਹਨਾਂ ਦਾ ਬੜਾ ਧੰਨਵਾਦ ਕਰਦਾ। ਔਰ ਜਿਹੜੇ ਵੀ ਇੱਥੇ ਸੇਵਾ ਕਰ ਰਹੇ ਨੇ ਮੈਡੀਸਨ ਵਾਲੇ, ਉਹਨਾਂ ਦਾ ਧੰਨਵਾਦ ਕਰਦਾ। ਔਰ ਜਿਹੜੇ ਪੱਤਰਕਾਰ ਨੇ ਉਹਨਾਂ ਦਾ ਧੰਨਵਾਦ ਕਰਦਾ। ਅਸੀਂ ਰਵਿਸ਼ ਕੁਮਾਰ ਦਾ ਔਰ ਸੰਦੀਪ ਚੌਧਰੀ ਦਾ, ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਨੈਸ਼ਨਲ ਟੀਵੀ ਤੇ ਸਾਡੇ ਕਿਸਾਨਾਂ ਨੂੰ, ਸਾਡੇ ਕਿਸਾਨ ਯੂਨੀਅਨ ਨੂੰ ਚੰਗਾ ਵਿਖਾਇਆ ਹੈ ਉਹਨਾਂ ਨੇ ਨੈਸ਼ਨਲ ਮੀਡੀਆ ਦੇ ਵਿੱਚ। ਔਰ ਮੇਰਾ ਇਹ ਬੜਾ ਹੀ ਅੱਜ ਮਨ ਖੁਸ਼ ਹੈ ਕਿ ਅਸੀਂ ਇਸ ਕਿਸਾਨ ਯੂਨੀਅਨ ਦੀ ਜਿਹੜੀ ਕਿ ਸ਼ੁਰੂਆਤ ਅਸੀਂ ਕੀਤੀ ਸੀ ਇਹ ਡਿਸਟ੍ਰਿਕਟ ਫਿਰੋਜ਼ਪੁਰ ਤੋਂ, ਜਦੋਂ ਅਸੀਂ ਲਾਅ ਦੇ ਬਾਰੇ ਸਾਰਿਆਂ ਨੂੰ ਸਮਝਾਇਆ ਸੀਗਾ। ਮੈਂ ਹੁਣ ਇਸ ਚੀਜ਼ ਤੇ ਔਰ ਚੀਜ਼ ਬਾਰੇ ਦੱਸਣਾ ਚਾਹੁੰਦਾ ਸਾਰਿਆਂ ਨੂੰ। ਇਸ ਸ਼ੇਰ ਤੋਂ ਸਾਰੀ ਸੰਗਤ ਨੂੰ ਹੌਸਲਾ ਵੀ ਮਿਲੂਗਾ ਔਰ ਬੁਲੰਦੀਆਂ ਤੱਕ ਅਸੀਂ ਪਹੁੰਚਾਂਗੇ ਵੀ। ਔਰ ਮੋਦੀ ਜੀ ਨੂੰ ਵੀ ਇਸ ਚੀਜ਼ ਦਾ ਪਤਾ ਲੱਗ ਜੂ, ਕਾਂ ਗਿੱਦੜਾਂ ਨੂੰ ਕੌਣ ਪੁੱਛਦਾ, ਬੰਦ ਪਿੰਜਰੇ 'ਚ ਸ਼ੇਰ ਹੁੰਦੇ, ਉਹ ਕੌਮ ਕਦੇ ਨਾ ਗੁਲਾਮ ਹੁੰਦੀ, ਜਿਸ ਕੌਮ ਦੇ ਬੱਚੇ ਦਲੇਰ ਹੁੰਦੇ। ਔਰ ਮੈਂ ਇਹਦੇ ਵਿੱਚ ਇੱਕ ਹੋਰ ਗੱਲ ਐਡ ਕਰਨਾ ਚਾਹੁੰਦਾ। ਸਾਡੇ ਮੋਦੀ ਜੀ ਨਾ ਜਦੋਂ ਯੂਪੀ ਬਿਹਾਰ ਸਾਰੇ ਪਾਸੇ ਜਾ ਰਹੇ ਸੀਗੇ, ਕਹਿੰਦੇ ਸੀਗੇ ਭਾਈਓ ਔਰ ਬਹਿਨੋ, ਮੇਰੀ ਸਰਕਾਰ ਆ ਜੇ, ਪਹਿਲੀ ਕੈਬਨਿਟ ਦੇ ਵਿੱਚ ਮੈਂ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ ਕਰ ਦੂੰਗਾ। ਉਹ ਕਰਜ਼ਾ ਮਾਫ ਤਾਂ ਕੀ, ਇਹ ਤਾਂ ਕਰਜ਼ਾ ਸਾਡੇ ਕੋਲੋਂ ਲੈਣ ਆ ਗਿਆ ਬਈ, ਸਾਡੇ ਦੇ ਜਿਹੜੇ ਲੋਨ ਹੈ ਹੋਰ ਵਧਾਉਣ ਵਾਸਤੇ ਆ ਗਿਆ, ਸਾਡੀਆਂ ਜ਼ਮੀਨਾਂ ਖੋਣ ਵਾਸਤੇ ਆ ਗਿਆ। ਇਹ ਗੱਲ ਇਹ ਕੱਢ ਦੇਣ ਆਪਦੇ ਦਿਮਾਗ ਦੇ ਵਿੱਚੋਂ ਵੀ ਇਹ ਸਾਡੀਆਂ ਜ਼ਮੀਨਾਂ ਲੈ ਲੈਣਗੇ। ਅਰੁਣ ਜੇਠਲੀ ਇਹਨਾਂ ਦਾ ਬੀਜੇਪੀ ਦਾ ਲੀਡਰ ਜਿਹੜਾ ਕਿ ਅੱਜ ਇਸ ਦੁਨੀਆ 'ਚ ਨਹੀਂ ਹੈਗਾ। ਸੁਸ਼ਮਾ ਸਵਰਾਜ ਸਭ ਤੋਂ ਅੱਛੀ ਲੜੀ ਜਿਹੜੀ ਇਹਨਾਂ ਦੇ ਅੱਜ ਨਹੀਂ ਹੈਗੀ, ਇਹਨਾਂ ਦੀ ਪਾਰਟੀ ਦੀ ਬੀਜੇਪੀ ਦੀ ਸੀਗੀ। ਉਹ ਕਹਿੰਦੀ ਸੀਗੀ ਆੜਤੀਆ ਯੂਨੀਅਨ ਹੈ ਨਾ ਜਿਹੜੀ, ਉਹ ਕਿਸਾਨਾਂ ਦਾ ਏਟੀਐਮ ਹੈ। ਤੇ ਇਹ ਮੋਦੀ ਕੀ ਕਹਿੰਦਾ ਹੈ, ਉਹਨਾਂ ਦੀ ਪਾਰਟੀ ਦਾ ਲੀਡਰ, ਉਹ ਕਹਿੰਦਾ ਅੱਜ ਕਹਿੰਦਾ ਜਿਹੜੇ ਆੜਤੀਏ ਨੇ ਉਹ ਵਿਚੋਲੀਏ ਨੇ। ਉਹ ਇਸ ਬੁੱਧੀਮੰਦ ਭਾਗ ਨੂੰ ਬੰਦਾ ਸਮਝਾਉਣ ਵਾਲਾ ਹੋਵੇ। ਓਏ ਤੇਰੇ ਨਾਲ ਦੇ ਬੰਦੇ ਫਿਨਾਂਸ ਮਿਨਿਸਟਰ ਹੋਵੇ ਅਰੁਣ ਜੇਠਲੀ, ਬੁੱਧੀਜੀਵੀ ਐਡਵੋਕੇਟ ਹੋਵੇ, ਉਹ ਇਹ ਗੱਲ ਕਹਿੰਦਾ ਹੈ ਕਮਿਸ਼ਨ ਏਜੰਟ ਆੜਤੀਏ ਏਟੀਐਮ ਨੇ, ਤੇ ਇਹ ਅੱਜ ਇਹ ਕਹਿੰਦਾ ਹੈ ਵੀ ਇਹ ਵਿਚੋਲੀਏ ਨੇ। ਮੈਂ ਇਹ ਗੱਲ ਦੱਸਣਾ ਚਾਹਣਾ ਬਈ ਇਹਨਾਂ ਨੂੰ ਸਾਰਾ ਕੁਝ ਪਤਾ ਹੈ ਬਈ ਇਹ ਕਮਿਸ਼ਨ ਏਜੰਟ ਇਹਨਾਂ ਦੇ ਏਟੀਐਮ ਨੇ। ਅੱਜ ਤੋਂ ਜਦੋਂ ਇਹਨਾਂ ਦੀ ਸਰਕਾਰ ਹੈ ਨਹੀਂ ਸੀ ਕਾਂਗਰਸ ਦੇ ਵਿੱਚ, ਜਦੋਂ ਇਹ ਬਿੱਲ ਲਿਆਂਦਾ ਗਿਆ ਸੀਗਾ ਉਦੋਂ ਇਹ ਕਹਿੰਦੇ ਸੀ ਏਟੀਐਮ ਹੈ। ਓਏ ਅੱਜ ਉਹ ਏਟੀਐਮ ਕੀ ਸਾਡੇ ਵਿਚੋਲੀਏ ਬਣ ਗਏ। ਉਹ ਇਹਨਾਂ ਨੂੰ ਦੱਸੋ ਬਈ ਉਹ ਤਾਂ ਸਾਨੂੰ ਸਾਰੀ
ਦਿਨ ਰਾਤ ਜਦੋਂ ਮਰਜ਼ੀ ਕੋਈ ਚਲਾ ਜਾਏ, ਉਹਨਾਂ ਨੂੰ ਉਹ ਸਰਵਿਸ ਪ੍ਰੋਵਾਈਡਰ ਨੇ, ਉਹ ਸਾਨੂੰ ਸਰਵਿਸ ਦਿੰਦੇ ਨੇ ਦਿਨੇ ਰਾਤ। ਔਰ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ, ਜਿੰਨੇ ਵੀ ਇੱਥੇ ਸਿੰਗਰ ਨੇ, ਮੀਡੀਆ ਵਾਲੇ ਨੇ, NRI ਨੇ, ਪੁਲਿਸ ਤੋਂ ਆਏ ਨੇ, ASI ਨੇ ਅੱਜ ਅਸਤੀਫਾ ਦੇਤਾ ਇਹਨਾਂ ਦੇ ਹੱਕ 'ਚ, ਕਿਸਾਨਾਂ ਦੇ ਹੱਕ 'ਚ, ਆਪਣੇ ਕਿਸਾਨਾਂ ਦੇ ਹੱਕ 'ਚ। ਸਾਰੇ ਵਰਗ ਦੇ ਬੰਦੇ ਅੱਜ ਸਾਡੇ ਨਾਲ ਆ ਕੇ ਇਸ ਸਟੇਜ ਤੇ ਆ ਕੇ ਸਾਡੇ ਨਾਲ ਖੜ ਗਏ ਨੇ। ਔਰ ਇਸ ਮੋਦੀ ਨੂੰ ਸਾਨੂੰ ਚੰਗੀ ਤਰ੍ਹਾਂ, ਹੋਰ ਜਿੰਨੀ ਚੰਗੀ ਤਰ੍ਹਾਂ ਇਸ ਸੰਘਰਸ਼ ਨੂੰ ਸਾਨੂੰ ਲੜਨਾ ਪਿਆ, ਅਸੀਂ ਹੋਰ ਚੰਗੀ ਤਰ੍ਹਾਂ ਲੜਾਂਗੇ। ਮੈਂ ਧੰਨਵਾਦ ਕਰਦਾ ਸਾਰੀ ਸੰਗਤ ਦਾ, ਜਿਨ੍ਹਾਂ ਨੇ ਇੱਥੇ ਆ ਕੇ ਪ੍ਰਬੰਧ ਜਿਹੜੇ ਕਿ ਚੱਲ ਰਹੇ ਨੇ, ਉਹਨਾਂ ਸਾਰੇ ਬੰਦਿਆਂ ਦਾ ਜਿਨ੍ਹਾਂ ਨੇ ਕੋਈ ਵੀ ਦਾਨ ਛੋਟਾ ਮੋਟਾ ਜਿੱਡਾ ਵੱਡਾ ਕੀਤਾ ਹੈ, ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ। ਇੱਕ ਚੀਜ਼ ਲਾਸਟ ਵਿੱਚ ਕਹਿ ਕੇ ਖਤਮ ਕਰਾਂਗਾ, ਦੇਸ਼ शिवा बर मोहे शुभ कर्म ते कब हूं न टरूं न डरूं अरसे जब जाए लड़ूं निश्चय कर अपनी जीत करूं। एक गल ਇਹਦੇ ਨਾਲ ਇਹ ਵੀ ਕਹਿ ਦੇਣਾ, ਸਾਡਾ ਸੰਵਿਧਾਨ, ਸਾਡਾ ਕਨਸਟੀਟਿਊਸ਼ਨ ਰੱਬ ਹੈ, ਤੇ ਤੂੰ ਰੱਬ ਨਾਲ ਛੇੜਛਾੜ ਕਰਤੀ ਕਨਸਟੀਟਿਊਸ਼ਨ ਨਾਲ, ਹੁਣ ਤੂੰ ਸਾਡਾ ਪ੍ਰਧਾਨ ਮੰਤਰੀ ਵੀ ਨਹੀਂ ਰਹਿ ਗਿਆ। ਇਸ ਕਰਕੇ ਤੈਨੂੰ ਇਹ ਕਾਨੂੰਨ ਇਹ ਰੱਦ ਕਰਨੇ ਪੈਣਗੇ। ਜੇ ਤੂੰ ਰੱਦ ਨਾ ਕੀਤੇ ਤਾਂ ਫਿਰ ਅਸੀਂ ਇੱਥੇ ਡੇਰੇ ਲਾਏ ਬੈਠੇ ਆ ਔਰ ਲਾਈ ਰੱਖਾਂਗੇ। ਔਰ ਇਸ ਮੋਦੀ ਨੂੰ ਅੱਜ ਨੀਂਦਾਂ ਨਹੀਂ ਆ ਰਹੀਆਂ। ਇਸ ਕਰਕੇ ਮੈਂ ਕਹਿੰਦਾ ਵੀ ਇਸ ਬੰਦੇ ਨੂੰ ਜਿੰਨੀ, ਇਹ ਬਹੁਤ ਜਲਦੀ ਇਹ ਕਾਨੂੰਨ ਰੱਦ ਕਰੂਗਾ, ਕਿਉਂਕਿ ਇਹਨਾਂ ਨੂੰ ਸਾਰੇ ਪਾਸੇ ਇਹਨਾਂ ਨੂੰ ਵੋਟਾਂ ਚਾਹੀਦੀਆਂ। ਮੱਧ ਪ੍ਰਦੇਸ਼ 'ਚ ਇੱਕ ਗੱਲ ਕਹਿ ਕੇ, ਮੱਧ ਪ੍ਰਦੇਸ਼ 'ਚ ਹੈਦਰਾਬਾਦ 'ਚ ਇਹਨਾਂ ਨੂੰ ਕਿਸੇ ਨੇ, ਪੱਤਰਕਾਰ ਨੇ ਗੱਲ ਸੁੱਕੀ, ਤੁਸੀਂ ਤਾਂ ਰੇਲ ਵੇਚਤੀ, 에ਅਰਪੋਰਟ ਵੇਚਤਾ। ਉਹ ਕਹਿੰਦੇ ਹੁਣ ਤੁਸੀਂ ਕਿਸਾਨਾਂ ਬਾਰੇ ਕੀ ਕਰ ਰਹੇ ਹੋ? ਉਹਨੂੰ ਮੈਂ ਕਹਿਣਾ ਚਾਹੁੰਦਾ ਵੀ ਕਿਸਾਨ ਨਹੀਂ ਵਿਕਦੇ ਅਮਿਤ ਸ਼ਾਹ ਤੇਰੇ ਤੋਂ, ਕਿਸਾਨ ਤਾਂ ਤੇਰੇ ਕੋਲੋਂ ਸਾਰਾ ਕੁਝ ਲੈ ਕੇ ਹੀ ਆਉਣਗੇ, ਇੱਥੋਂ ਲੈ ਕੇ ਹੀ ਜਾਣਗੇ। ਬੜੇ ਹੀ ਹੁਣ ਮੈਂ ਇਹਨਾਂ ਸ਼ਬਦਾਂ ਨਾਲ ਖਤਮ ਕਰਦਾ। ਸੁਰਾ ਸੋ ਪਹਿਚਾਨੀ ਹੈ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੂ ਖੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਹੱਥ ਖੜੇ ਕਰ ਦੋ, ਅੰਡਾਨੀਆਂ ਨੂੰ ਤੇ ਅੰਬਾਨੀਆਂ ਨੂੰ ਇੱਥੋਂ ਭਜਾਉਣਾ ਹੈ ਆਪਾਂ ਆਦੇ ਪੰਜਾਬ ਇੰਡੀਆ ਤੋਂ। ਬੜੇ ਸੋਹਣ ਬੋਲੇ ਸੋਹਣੇ ਹਾਲ, ਸਤਿ ਸ੍ਰੀ ਅਕਾਲ। ਦੋਸਤੋ ਮੇਰੀ ਬੇਨਤੀ ਹੈ ਕਿ ਜਿੰਨਾ ਚਿਰ ਗੁਰਬਾਣੀ ਤੇ ਪਕੜ ਨਾ ਹੋਵੇ, ਉਹਨਾਂ ਚਿਰ ਉਹ ਪੰਕਤੀਆਂ ਨਾ ਬੋਲੀਆਂ ਜਾਣ। ਕਿਸੇ ਵੀ ਸ਼ਬਦ ਨੂੰ ਗਲਤ ਬੋਲਣ ਦੀ ਇਸ ਸਟੇਜ ਤੋਂ ਇਜਾਜ਼ਤ ਨਹੀਂ। ਮੈਂ ਵਾਰ-ਵਾਰ ਬੇਨਤੀ ਕਰਦਾ ਕਿ ਜਿਹੜੀ ਮਰਿਆਦਾ ਰੱਖਣ ਦੀ ਲੋੜ ਹੈ ਉਹ ਮਰਿਆਦਾ ਦੇ ਵਿੱਚ ਰਿਹਾ ਜਾਵੇ। ਮੈਂ ਬੇਨਤੀ ਅੱਗੇ ਤੋਂ ਖਿਆਲ ਰੱਖਿਆ ਜਾਵੇ। ਹੁਣ ਮੈਂ ਬੇਨਤੀ ਕਰਾਂਗਾ ਗੰਨਾ ਸੰਘਰਸ਼ ਕਮੇਟੀ ਦਸੂਹਾ ਦੇ ਪੰਜਾਬ ਦੇ ਡਾਕਟਰ ਮਨਦੀਪ ਸਿੰਘ ਜੀ, ਉਹਨਾਂ ਤੋਂ ਬਾਅਦ ਸਟੇਜ ਦੇ ਉੱਤੇ ਆ ਜਾਣ ਜੀ ਨਰਿੰਦਰ ਸਿੰਘ ਮਹਿਰੌਲੀ ਦਿੱਲੀ, ਉਹਨਾਂ ਦਾ 2100 ਰੁਪਏ ਦਿੱਤੇ ਜੀ, ਉਹਨਾਂ ਧੰਨਵਾਦ। ਸੋਹਣ ਸ਼ੰਕਰ ਗਾਇਕ, ਅਖਤਰ ਅਲੀ ਮਤੋਈ ਗਾਇਕ, ਗੁਰਿੰਦਰ ਕੈਂਡੋਵਾਲ, ਇਹਨਾਂ ਤੋਂ ਬਾਅਦ ਆਉਣਗੇ ਜੀ। ਹੁਣ ਗੰਨਾ ਸੰਘਰਸ਼ ਕਮੇਟੀ ਦੇ ਡਾਕਟਰ ਸਾਹਿਬ ਨੂੰ ਮੈਂ ਬੇਨਤੀ ਕਰਦਾ ਸਟੇਜ ਤੇ ਆਉਣ। ਹੈ ਜੀ? ਨਹੀਂ ਹੈ, ਚਲੇ ਗਏ? ਓਕੇ ਜੀ। ਸੋਹਣ ਸ਼ੰਕਰ ਗਾਇਕ ਜੀ ਹੈ ਜੀ, ਜੀ ਉਹਨਾਂ ਨੂੰ ਬੇਨਤੀ ਹੈ। ਅਖਤਰ ਅਲੀ ਉਹ ਵੀ ਆ ਜਾਣ, ਗੁਰਿੰਦਰ ਕੈਂਡੋਵਾਲ ਜੀ ਉਹ ਵੀ ਆਪਦੀ ਹਾਜ਼ਰੀ 5-4 ਮਿੰਟ ਦੇ ਵਿੱਚ ਲਵਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਕਿ ਜਦੋਂ ਜਦੋਂ ਵੀ ਪਰਖ ਦਾ ਸਮਾਂ ਆਉਂਦਾ ਤੇ ਸੋਨਾ ਪਰਖਿਆ ਜਾਂਦਾ ਕਸਬਟੀਆਂ ਤੇ, ਹੋ ਮੋਤੀ ਛੱਪੜ ਵਿੱਚ ਨਾ ਹੋਣ ਪੈਦਾ, ਅਣਖ ਵਿਕਦੀ ਕਦੀ ਨਾ ਹੱਟੀਆਂ ਤੇ। ਹੋ ਜਿੰਨਾ ਸਬਕ ਆਜ਼ਾਦੀ ਦੇ ਯਾਦ ਕਰ ਲੈ, ਲਿਖ ਲੈਂਦੇ ਨੇ ਜਿਗਰ ਦੀਆਂ ਫੱਟੀਆਂ ਤੇ। ਪਾਉਂਦੇ ਅਮਰ ਸ਼ਹੀਦੀ ਦਿਲਬਾਗ ਸਿੰਘਾ, ਸੂਰੇ ਲੜਦੇ ਗਰਦਨ ਕੱਟੀਆਂ ਤੇ। ਹੋ ਸ਼ੇਰਾਂ ਨੂੰ ਕੀ ਰੋਕਣਾ, ਗਿੱਦੜਾਂ ਦੀਆਂ ਡਾਰਾਂ ਨੇ, ਸ਼ੇਰਾਂ ਨੂੰ ਕੀ ਰੋਕਣਾ,
ਗਿੱਦੜਾਂ ਦੀਆਂ ਡਾਰਾਂ ਨੇ ਮੈਦਾਨ ਜਾ ਫਤਿਹ ਬੁਲਾਈ ਹੋ ਸਿੰਘਾਂ ਸਰਦਾਰਾਂ ਨੇ ਮੈਦਾਨ ਜਾ ਫਤਿਹ ਬੁਲਾਈ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ। ਤੇ ਮੇਰੇ ਵੀਰ ਸਰਦਾਰ ਅਲੀ ਜੀ, ਗੁਰਮਿੰਦਰ ਕੈਂਡੋਵਾਲ ਜੀ, ਅਖਤਰ ਅਲੀ ਜੀ, ਉਹ ਵੀ ਆਏ ਨੇ ਆਪਣੀ ਹਾਜ਼ਰੀ ਭਰਨ ਕੇ, ਯਾਨੀ ਕਿ ਹਾਜ਼ਰੀ ਪ੍ਰਵਾਨ ਕਰਨ। ਮਿਹਰਬਾਨੀ, ਸ਼ੁਕਰੀਆ। वाहिगुरु जी का खालसा, वाहिगुरु जी की फतेह। अगर चाहते हो कि मंजिल कदम चूम ले अपने, अगर चाहते हो कि मंजिल कदम चूम ले अपने, तो ये छुपना छुपाना छोड़ दो। ये कचरा खुद ब खुद लग जाएगा किनारों पर, गंदे पानी की तरह ठहर जाना छोड़ दो। मैं अक्सर सुनदा, मीडिया भी कहता है ते जगह जगह बैनर्स भी लगे ने कि किसानी अंदोलन, किसानां दा धरना या किसानां दा संघर्ष। मैं अपने दिल तो ये गल कहना कि ये सिर्फ ते सिर्फ किसानां दा संघर्ष नहीं है, ये कल्ले किसानां दा संघर्ष नहीं, ये हर उस इंसान दा संघर्ष है ਜਿਹੜਾ ਰੋਟੀ ਖਾਂਦਾ ਹੈ ਤੇ ਜਿਹੜਾ ਸਾਹ ਲੈਂਦਾ ਹੈ। ਜੇ ਸਾਨੂੰ ਰੋਟੀ ਦੀ ਜ਼ਰੂਰਤ ਹੈ ਤੇ ਇਹ ਸਾਡਾ ਸੰਘਰਸ਼ ਹੈ, ਜੇ ਸਾਨੂੰ ਜਿਉਣ ਦੀ ਜ਼ਰੂਰਤ ਹੈ ਇਹ ਸਾਡਾ ਸੰਘਰਸ਼ ਹੈ। ਇਹ ਹਰ ਉਸ ਇਨਸਾਨ ਦਾ ਸੰਘਰਸ਼ ਹੈ ਜਿਹਦੀ ਜ਼ਮੀਰ ਜਾਗਦੀ ਹੈ। ਮੇਰੀਆਂ ਮਾਤਾਵਾਂ ਭੈਣਾਂ, ਮੈਂ ਇਹਨਾਂ ਨੂੰ ਸਲੂਟ ਕਰਦਾ। ਮੈਨੂੰ उस औरत की कही गल याद आती है जिन्होंने अजकल मीडिया ते काफी ज्यादा हाईलाइट किया जा रहा है, कंगना। कि कंगना तेनू ते हुण किसाना नहीं टंगना। उस औरत नू पता ही नहीं कि पंजाब दीयां जुझारू औरतां ने किहड़े किहड़े सूरमियां नू जन्म दिता है। पंजाब दी ओ मां जिन्हें शहीद भगत सिंह नू जन्म दिता है, ਉਹ ਵੀ ਪੰਜਾਬ ਦੀ ਮਾਂ ਜਿਨੇ ਸ਼ਹੀਦ ਊਧਮ ਸਿੰਘ ਨੂੰ ਜਨਮ ਦਿੱਤਾ ਹੈ, ਉਹ ਵੀ ਪੰਜਾਬ ਦੀ ਔਰਤ ਜਿਨੇ ਕਰਤਾਰ ਸਿੰਘ ਸਰਾਭੇ ਨੂੰ ਜਨਮ ਦਿੱਤਾ ਹੈ, ਉਹ ਵੀ ਪੰਜਾਬੀ ਔਰਤ ਜਿਨੇ ਸ਼ਹੀਦ ਬਾਬਾ ਦੀਪ ਸਿੰਘ ਨੂੰ ਜਨਮ ਦਿੱਤਾ ਹੈ। ਜੇ ਮੁਹੱਬਤ ਦੀ ਗੱਲ ਕਰੀਏ, ਜੇ ਪਿਆਰ ਦੀ ਗੱਲ ਕਰੀਏ ਤੇ ਹਜ਼ਰਤ ਪੀਰ ਬਾਬਾ ਬੁੱਲੇ ਸ਼ਾਹ ਨੂੰ ਜਨਮ ਦੇਣ ਵਾਲੀ ਮਾਂ ਵੀ ਪੰਜਾਬੀ, ਸ਼ਾਹ ਹੁਸੈਨ ਨੂੰ ਜਨਮ ਦੇਣ ਵਾਲੀ ਮਾਂ ਵੀ ਪੰਜਾਬੀ, ਸੁਲਤਾਨ ਬਾਹੂ ਨੂੰ ਜਨਮ ਦੇਣ ਵਾਲੀ ਮਾਂ ਵੀ ਪੰਜਾਬੀ। समय की थोड़ है, मैं चंद लेना इन्हां भैणां वास्ते, इन्हां मावां वास्ते कह के आग्या लूंगा। ए मां भागो दियां जाइयां ने ओ सिर कफन बन के आईयां ने, ए कल्ला चुल्ला चौंका नहीं जान दियां, ए हक अपना पहचान दियां, इन्हां वल्लों दिते होए हौसले। हाँ हाँ, इन्हां वल्लों दिते होए हौसले हो नींदां तेरियां उड़ाउणगे। अज कट्ठे हो गए सारे दिल्ली दी सरकार तेरा तख्त हिलाउणगे। अज कट्ठे हो गए सारे सेंटर सरकार तेरा तख्त हिलाउणगे। अज कट्ठे हो गए सारे मोदी दी सरकार तेरा तख्त हिलाउणगे। इन हवाओं से कह दो कि औकात में रहे अपनी, दिल्ली वालियां हवावां, इन हवाओं से कह दो कि औकात में रहे अपनी, हम वो पत्ते हैं जो डरते नहीं तूफानों से। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। मैं ज्यादा गल्ला नहीं करूंगा। कलंगी वालिया तेरे स्कूल आ मैं सुनिया लगदी फीस कोई ना। ये मेरे कलगियां वाले दा स्कूल है, जिन्हें इत्थे आना है सोच समझ के आयो। कलगी वालिया तेरे स्कूल अंदर मैं सुनिया लगदी फीस कोई ना। शोभा सुन के
ਸਕੂਲ ਵਿੱਚ ਮੈਂ ਹੋਇਆ ਦਾਖਲ ਸੁਣਿਆ ਲੱਗਦੇ 20 ਤੇ 30 ਕੋਈ ਨਾ ਹਾਂ ਜਦੋਂ ਖੜ ਕੇ ਜਮਾਤ ਵਿੱਚ ਆ ਜਮਾਤ ਆ ਉਹ ਹਾਂ ਜਦੋਂ ਖੜ ਕੇ ਜਮਾਤ ਵਿੱਚ ਨਿਗਾਹ ਮਾਰੀਆ ਪੜਨ ਵਾਲਿਆਂ ਦੇ ਧੜ ਤੇ ਸੀਸ ਕੋਈ ਨਾ ਕਲਗੀ ਵਾਲਿਆ ਤੇਰੀਆਂ ਤੂੰ ਜਾਣੇ ਕਰ ਸਕਦਾ ਤੇਰੀ ਰੀਸ ਕੋਈ ਨਾ। ਮੇਰੇ ਗੁਰੂ ਦੀਆਂ ਲਾਡਲੀਆਂ ਫੌਜਾਂ ਆਈਆਂ ਨੇ ਅੱਜ ਦਿੱਲੀ। ਇਹ ਐਵੇਂ ਨਹੀਂ ਮੁੜਦੀਆਂ, ਇਹ ਐਵੇਂ ਨਹੀਂ ਮੁੜਨ ਵਾਲੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੱਕ ਸੱਚ ਦੀ ਲੜਾਈ ਲੜ ਰਹੇ ਦਰਦਮੰਦਾਂ ਦੇ ਹਮਦਰਦ ਦੋਸਤੋ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਏ ਲਾਈਨਾਂ ਕਹਿਣੀਆਂ ਕਿ ਹੁਣ ਤਾਂ ਕੱਸ ਕੇ ਜਾਵਾਂਗੇ, ਹੁਣ ਤਾਂ ਕੱਸ ਕੇ ਜਾਵਾਂਗੇ ਇਸ ਚੂਲ ਜਿਹੀ ਢਿੱਲੀ ਨੂੰ, ਹੁਣ ਤਾਂ ਕੱਸ ਕੇ ਜਾਵਾਂਗੇ ਇਸ ਚੂਲ ਜਿਹੀ ਢਿੱਲੀ ਨੂੰ। ਹਾਲੇ ਤੱਕ ਸਾਡੇ ਵਰਗਾ ਟੱਕਰਿਆ ਨਹੀਂ ਸੀ ਦਿੱਲੀ ਨੂੰ, ਹਾਲੇ ਤੱਕ ਸਾਡੇ ਵਰਗਾ ਕੋਈ ਟੱਕਰਿਆ ਨਹੀਂ ਸੀ ਦਿੱਲੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਵਰ ਕਰੋ। ਸੋ ਹੁਣ ਮੈਂ ਬੀਬੀਆਂ ਦੇ ਰਾਤ ਦੀ ਰਿਹਾਇਸ਼ ਵਾਸਤੇ ਇੰਤਜ਼ਾਮ ਕੀਤਾ ਗਿਆ ਜੀ, ਨੋਟ ਕਰਿਓ। ਲਗਭਗ 250 ਬੀਬੀਆਂ ਦੇ ਸੌਣ ਦਾ ਪ੍ਰਬੰਧ ਹੈ ਜੀ। ਇਹ ਪ੍ਰਬੰਧ KFC ਦੀ ਪਿਛਲੀ ਸਾਈਡ ਤੇ। ਹਾਂਜੀ, ਸੋ ਇਹਨਾਂ ਨੂੰ ਲੈ ਕੇ ਜਾਓ ਯਾਰ। ਵੋਲੰਟੀਅਰ ਕਿੱਥੇ ਆ? ਇਹਨੂੰ ਲਾਓ ਥੱਲੇ। ਬੋਲ ਤਾਂ ਲੈਣ ਦਿੰਦੇ ਪਰ ਆਪ ਸਾਨੂੰ ਦੂਸਰੀ ਤੇ ਮਰਿਆਦਾ ਰੱਖਣ ਦਿਓ ਨਾ। ਬੀਬੀਆਂ ਦੇ ਰਾਤ ਦੀ ਰਿਹਾਇਸ਼ ਦਾ ਇੰਤਜ਼ਾਮ, ਲਗਭਗ 250 ਬੀਬੀਆਂ ਦੇ ਸੌਣ ਦਾ ਪ੍ਰਬੰਧ ਕੀਤਾ ਗਿਆ ਜੀ। ਇਹ ਪ੍ਰਬੰਧ KFC ਦੀ ਪਿਛਲੀ ਸਾਈਡ ਤੇ ਕੀਤਾ ਗਿਆ। ਸੰਪਰਕ ਨੰਬਰ ਹੈ ਜੀ 95017 43203। ਫੇਰ ਦੁਬਾਰਾ ਜਿਹੜਾ ਆ ਨੋਟ ਕਰ ਲਿਆ ਜਾਵੇ, 95017 43203। ਇਹਨਾਂ ਤੋਂ ਬਾਅਦ ਮੰਡੀ, ਲਾਦੜਾ, ਲੋਹਗੜ੍ਹ, ਅਪਰਾ, ਚੱਕ ਸਾਬੂ, ਸ਼ੋਕਰਾ, ਮੋਰਿਓ, ਢੱਕ ਮਾਜਰਾ, ਸਾਰੀ ਪਿੰਡਾਂ ਦੀ ਸੰਗਤਾਂ ਪਹੁੰਚੀਆਂ। ਮੰਡੀ ਲਾਦੜਾ ਸੰਗਤ ਨੇ ਆਸ-ਪਾਸ ਦੇ ਘਰਾਂ ਵਿੱਚ ਜਿਹੜੇ ਬਾਥਰੂਮ ਕਿਸਾਨ ਵਰਤਦੇ ਆ ਉਹਨਾਂ ਦੀ ਰਿਪੇਅਰ ਕੀਤੀ। ਟੂਟੀਆਂ ਤੇ ਫਲਸ਼ਾਂ ਨੂੰ ਜਿਹੜਾ ਆ ਉਹ ਦੁਬਾਰਾ ਚੱਲਣਯੋਗ ਕੀਤਾ ਹੈ, ਉਹਨਾਂ ਦਾ ਧੰਨਵਾਦ। ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਇੰਦਰਾ ਤਿਵਾਰੀ, ਵਰਕਿੰਗ ਪ੍ਰੈਜ਼ੀਡੈਂਟ ਅਖਿਲ ਭਾਰਤੀ ਹਿੰਦੂ ਮਹਾਸਭਾ, ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਜੀ। ਐਕਣੇ ਜਿਹੜੇ ਖੜੇ ਆ ਬੈਠ ਜਾਓ ਜੀ, ਮਗਰ ਸੰਗਤ ਬੈਠੀ ਆ। ਥੋੜੇ ਟਾਈਮ ਹੋਰ ਸਟੇਜ ਚਲਾਉਣੀ ਆ, ਬੈਠ ਜਾਓ ਸਾਰੇ ਜਿੰਨੇ ਵੀ ਪੰਡਾਲ ਦੇ ਵਿੱਚ ਖੜੇ ਆ। ਭਾਈ ਰਮੇਸ਼ ਸ਼ਾਂਤੀ ਬੋਲੋ ਹਰਿਆਣਾ ਸੇ। ਕੋਈ ਨਹੀਂ, ਤੁਸੀਂ ਆਪ ਹੀ ਬੋਲ ਲਓ। मैं श्रीमती रमेश शांतिल, सोनीपत डिस्ट्रिक्ट की किसान यूनियन की प्रदेश अध्यक्ष महिला विंग की। मैं अपने भाई बहनों के सबके कंधे से कंधा मिलाकर, जब से हमारा धरना चालू है, जब से हमारे किसानों की लड़ाई है, हम सारी महिलाएं हरियाणा की 470 महिलाएं पंजाब भाइयों के साथ हैं और कंधा से कंधा मिलाकर सीने को चीरने का काम करते हैं। लेकिन मैं बताती हूं, आज हमारी हरियाणा की मातृभाषा और हमारे का हरियाणा का कल्चर घाघरी और कुर्ते की और चमकदार चुंदड़ियों में आई थी। उन्हीं के साथ श्रीमती रमेश शांतिल का दबदबा था। और हमारी बहनें आज ये कह के गई है, जब लक्ष्मीबाई झांसी की रानी ने जब अपना शीश बांध लिया था तो अपने भाइयों के साथ, पंजाब के किसानों के साथ अपना आज मैंने मंडासा पहन लिया है। जब तक मोदी के हम एक एक हक नहीं लेके रहेंगे। जो ये कहता है कि आज वाराणसी में जाके उसने कहता है कि मैंने बुलेट ट्रेन चला दी, मैंने बोला अरे बुलेट ट्रेन चलाने वाले किसानों का हितकार चला दे। किसानों की सुन, तेरी बुलेट ट्रेन की जरूरत नहीं है। इस देश को जरूरत है, इस देश को जरूरत है किसान के अन्नदाता की सुनने की। तू वाराणसी में बैठ के जाके तालियां बजवाता है, दिए जलाता है,
हमें कोई जरूरत नहीं तालियों की, दियो की, ना किसी बुलेट ट्रेन की। हमें जरूरत है तो सिंगू बॉर्डर पे आके मेरे किसान भाइयों की सुन। मेरे पंजाब हरियाणा उत्तराखंड पर जब हमारा भाई आया है, और मैं अपने भाइयों से वादा करती हूं, मैं अपने पंजाब हरियाणा वाले भाइयों से वादा करती हूं, श्रीमती रमेश आतिल अपना शीश कटाएगी, तुमको बाद में आँच आएगी। जब तक बहन हमारी बहनें हैं, जब तक हमारी बहनें हैं, हमें कोई चूड़ियां नहीं पहन रखी, अपने पुरुष प्रधानों पर आंच नहीं आने देंगे। जब तक महिलाएं जिंदा हैं, हमारे शरीर का कण कण हमारे किसान भाइयों के हित में जाएगा और मोदी को झुका के रहेंगे। जय हिंद, जय किसान नेता श्रीमती रमेश आंटी। बहुत बहुत धन्यवाद। हुण मैं बेनती करांगा डॉक्टर इंदिरा तिवारी जी, वर्किंग प्रेसिडेंट अखिल भारती हिंदू महासभा, वो तुहाडे नाल विचार साझे करनगे। नमस्कार। मैं यहाँ बैठी सारी संगत को, सारे बुजुर्गों को, अपने नौजवानों को, आने वाली पीढ़ियों को, मंच पर बैठे हुए उन महानुभावों को जो आपका 6 महीने से मनोबल बढ़ा के रखा हुआ है। मेरी तो मोदी से और हाफ पेंटियों से 36 का आंकड़ा बहुत पुराना है, और अभी बहुत से वक्ता इस पर आए और उनको हम सुन रहे थे वहां पे बैठ के कुछ घंटों से। तो उन्होंने कहा कि अनपढ़, एक भाई थे जिन्होंने कहा अनपढ़, उन्होंने बड़ा उसका अच्छा विश्लेषण किया कि अन्न को फाड़ के चोर बैठा हुआ है। बहुत अच्छा विश्लेषण था। अन्नदाता भूमिपुत्र होता है और वो पृथ्वी का पोषक होता है, पृथ्वी का सीधा लाडला होता है। इससे पूछो, ये जो सुबह बैठ के इडली खाता है उसमें माँ की दाल और चावल जो पड़ते हैं वो पंजाब से लेके उधर जम्मू हरियाणा सब जगह पूरे भारत में पैदा किए जाते हैं। गुजरात कभी बहुत रेगिस्तानी इलाका रहता था, और मैं थोड़ा सा उस पर आपके प्रकाश डालूंगी कि तब ये गुजरात नहीं होता था, तब ये बॉम्बे प्रेसिडेंसी कहलाता था। 1958 में इसका बंटवारा होता है और उसको फाड़ के गुजरात और महाराष्ट्र बनाया जाता है। इसी तरह एक वक्ता अभी आए थे जिन्होंने ये कहा कि हम दिल्ली को भी पंजाब में ले लेंगे, तो मैं उनको थोड़ा करेक्ट करूंगी, दिल्ली ऑलरेडी पंजाब में ही थी। आप रेवेन्यू का रिकॉर्ड देखें, 1977 तक के रेवेन्यू रिकॉर्ड में दिल्ली का कोई भी खसरा खतौनी, कोई भी लेखपाल वो पंजाब से रिट्रीव किया जाता था। तो थोड़ा सा उसमें सुधार कर लीजिए। जैसे आपने ट्विटर में अमित मालवीय की ठोक के बजाई, वैसी जरा सा रेवेन्यू रिकॉर्ड में भी ठोक के बजाओ। और ये चाय बोलता है कि मैं चाय बेचता था, महाराज झूठ के अलावा ये कुछ नहीं बोलता। ये जब उठता है तब झूठ बोलता है, जब सोता है तब झूठ बोलता है। मैंने आरटीआई लगाई थी 2014, 8 नवंबर 2014 को वडोदरा रेलवे स्टेशन पे, कि क्या जिस समय मोदी जी की उम्र 14 साल या 8 साल से 18 साल थी, वहां कोई रेलवे स्टेशन था? रेलवे स्टेशन ही नहीं था, रेलवे स्टेशन ही नहीं था। ये झूठ का पुलिंदा है, जुमलेबाज है। इसने पहले आपको बरगलाया हम 15 लाख देंगे, 15% भी नहीं मिला, और आपसे नोटबंदी कर ली। नोटबंदी में कितने परिवार तबाह हुए, कितनी माएं वो अपने बच्चों का मतलब बिछड़ गई, कितनी लड़कियां जो शादी के लायक थी उन्होंने आत्महत्या की। इसका कोई लेखा जोखा नहीं है। मेरे पास आदिवासियों के लिखे हुए पुलिंदे हैं, औरतों के, छत्तीसगढ़ से, रायगढ़ से, कहां से, क्योंकि उन्होंने औरतें जो थी, ये धर्म कहता है, ये धर्म की लड़ाई नहीं है। धर्म की लड़ाई ये है, जब आप जमीन की रक्षा के लिए लड़ते हैं तो ये धर्म की लड़ाई होती है। ये धर्म की लड़ाई नहीं है, ये अंबानियों की, व्यापारियों के लिए लड़ाई है।
और चाणक्य ने बिल्कुल स्पष्ट लिखा है, जब राजा व्यापारी हो जाए तो उसका बल पूर्वक वध कर देना चाहिए। ये अर्थनीति में, कूटनीति में विष्णुगुप्त के लिखा हुआ है। निहाल और माए वीर चाहिए हमें। माए वीर होंगी तो फिर ये कफन हम नहीं बांधेंगे, हम बलिदान नहीं लेंगे। हम बलिदान लेंगे, हम बलिदान एक भी नहीं देंगे। हम बलिदान लेंगे चोर और पापियों का, क्योंकि हमारी एक एक कौम, एक एक बच्चा बहुत कीमती है। माँ जानती है कि कलेजा कैसे फटता है। माँ अपने बच्चे की बलि नहीं देगी। वो तो निर्वंश बैठा हुआ है। चाणक्य ने यह भी लिखा कि अविवाहित और निसंतान राजा को शासन पद पे बैठने का अधिकार नहीं है, कहीं से भी नहीं है। हमारा धर्म ये सिखाता है निर्भय, निरहंकार। हम निर्भय हैं, निरहंकार हैं, हम कभी मरते नहीं हैं। तो हमें, हमारे बीच में द्रोण चलाए जा रहे थे, मैं भी देख रही थी, द्रोण से रिकॉर्डिंग हो रही थी। इससे ज्यादा शर्म की बात नहीं। 56 इंच का शीशा सीने वाला चीन ने लद्दाख आधा ले लिया, अरुणाचल में 55 वर्ग किलोमीटर तक घुसाया। 56 इंच का सीना 6 इंच का रह गया, 6 इंच का रह गया। वह सर्जिकल स्ट्राइक नहीं करता जो पाकिस्तान आगे ही मरा हुआ है, उसकी बात करता है। सिर्फ और सिर्फ इसने हिंदू मुसलमान किया, मानवता का तो पाठ नहीं पढ़ाया। इसने धर्म भी नहीं पढ़ा, इसने वेद भी नहीं पढ़ा। वसुधैव कुटुंबकम ये ऋग्वेद का पहला सूक्त है। अच्छा, मेरे को समय कम है तो मैं आपसे क्षमा चाहूंगी, और मैं अपने तरफ से आप सबका समर्थन, आपका साथ देने आई हूं। एक और चीज बता दूं, धर्म के मर्म की बात है। वो धर्म की लड़ाई 10 गुरुओं ने लड़ी, राम और कृष्ण ने लड़ी। सत्ता की लड़ाई उन्होंने नहीं लड़ी थी। जो वर्तमान धर्म के चोले में बैठा एक ठग है, चोर है, वो सत्ता के लिए बैठा है, सत्ता का लोभी है, और उसको डर ये है कि अब उसके दिन पूरे हो गए, अब कहाँ जाएगा। उससे सवाल पूछे जाएंगे नोटबंदी के, 15 लाख के, किसानों की कर्ज माफी के, जिन औरतों के बच्चे बलिदान हुए, जो 27 करोड़ से ऊपर नौजवान बेरोजगार हो गए, और आपदा को अवसर में बदलना। कोरोना एक्चुअली बीजेपी को समर्थन देने का पाप था। जिन जिन ने भी बीजेपी को वोट दिया वो आज कोरोना से ग्रसित हैं। ये आप डाटा देख लेना, उठा के डाटा देखना। आप मेरी बात सही गलत निकले तो जो सजा मैं यहीं पे हूं। कोरोना इसके पाप का परिणाम है, और कोरोना को इसने अवसर में बदला हुआ है। सत्ता का लोभ। ये बोलता है फकीर, झूठ बोलता है। मैं गंगोत्री हर साल जाती हूँ, हर साल बद्रीनाथ जाती हूँ। वहां पर किसी को इसका पता तक नहीं है। इसको पता नहीं कंदराव में कैसे रहा जाता है। मुझे आप क्षमा करिए, पीछे से मुझे थपकी दी जा रही है। बोले सो निहाल, सत श्री अकाल। हम जीत के आए हैं, जीत के जाएंगे, आगे भी जीते हैं। बहुत बहुत शुक्रिया मैम। हुण मैं बेनती करांगा गुरिंदर सिंह मेहंदी रत्ता जी, उन्होंने तो बाद निरभै सिंह जी राजेवाल, वो धन्नवाद करनगे। इन्हों तो पहला गुरिंदर सिंह जी मेहंदी रत्ता। बहुत धन्नवाद जी। ਜਿਹੜੇ ਜਿਹੜੇ ਬੁਲਾਰੇ ਬੋਲ ਕੇ ਹਟੇ ਨੇ ਉਹ ਦੁਹਰਾਉਣ ਦੀ ਲੋੜ ਨਹੀਂ। ਗੁੱਡ ਮਾਰਨਿੰਗ ਵੈਲਫੇਅਰ ਕਲੱਬ ਕੋਟਪੂਰਾ ਵੱਲੋਂ ਇੱਕ 11000 ਰੁਪਏ ਦਾ ਥੋੜਾ ਜਿਹਾ ਫੰਡ ਦੇਣ ਲਈ ਆਏ ਸੀ। ਅਸੀਂ ਉੱਥੇ ਟਿਕਰੀ ਬਾਰਡਰ ਤੇ ਵੀ ਜਾ ਕੇ ਆਏ ਹਾਂ। ਮੈਂ ਇੰਨਾ ਦੱਸਦਾ ਬਈ, ਗੁਆਂਢੀ ਰਾਜ ਹੈ ਪੰਜਾਬ ਦਾ ਹਰਿਆਣਾ। ਗੁਆਂਢੀ ਦੇਸ਼ਾਂ ਦੀਆਂ ਦੁਸ਼ਮਣ ਫੌਜਾਂ ਵੀ ਉਹ ਵਿਵਹਾਰ ਦੁਸ਼ਮਣ ਨਾਲ ਨਹੀਂ ਕਰਦੀਆਂ ਜਿਹੜਾ ਹਰਿਆਣੇ ਦੀ ਖੱਟੜ ਸਰਕਾਰ ਨੇ ਕੀਤਾ। ਇਹ ਦੁਖਦਾਇਕ, ਅਫਸੋਸਨਾਕ ਜਾਂ ਚਿੰਤਾਜਨਕ ਨਹੀਂ, ਇਹ ਸ਼ਰਮਨਾਕ ਹੈ। ਇਹ ਮੋਦੀ, ਯੋਗੀ, ਰਾਜਨਾਥ, ਖੱਟੜ, ਅੰਬਾਨੀ ਤੇ ਅਡਾਨੀ ਦੇ ਮੱਥੇ ਤੇ ਕਲੰਕ ਹੈ। ਦੂਜੀ ਗੱਲ, ਗੁਰੂਆਂ ਦਾ ਇਤਿਹਾਸ ਪੜ੍ਹ ਲਓ। ਗੁਰੂ ਸਾਹਿਬਾਨ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਤੇ ਹਮਲਾ ਨਹੀਂ ਕੀਤਾ, ਪਰ ਜਿਹੜਾ ਹਮਲਾਵਰ ਬਣ ਕੇ ਆਇਆ ਉਹਨੂੰ ਮੂੰਹ ਤੋੜ ਜਵਾਬ ਦਿੱਤਾ। 14 ਦੀਆਂ 14 ਲੜਾਈਆਂ 'ਚ ਜਿੱਤ ਪ੍ਰਾਪਤ ਕੀਤੀ ਹੈ। ਅੱਜ ਸਾਡੇ ਪੰਜਾਬੀ ਕਿਸਾਨਾਂ ਨੂੰ ਹਰਿਆਣਾ ਸਰਕਾਰ ਨੇ ਰੋਕਣ ਲਈ
ਕੱਲੇ ਬੈਰੀਕੇਡ ਨਹੀਂ ਲਾਏ, ਅਥਰੂ ਗੈਸ ਦੇ ਗੋਲੇ, ਕੜਾਕੇ ਦੀ ਠੰਡ 'ਚ ਠੰਡੇ ਪਾਣੀ ਦੀਆਂ ਵਾਛੜਾਂ, ਪੱਥਰ, ਕੰਡਿਆਲੀਆਂ, ਤਾਰਾਂ ਤੇ ਖਾਈਆਂ ਨਹੀਂ ਖੋਦੀਆਂ ਗਈਆਂ। ਬਹੁਤ ਕੁਝ ਹੋਇਆ, ਪਰ ਉਸ ਦੇ ਬਾਵਜੂਦ ਸਾਡੇ ਪੰਜਾਬੀ ਵੀਰਾਂ ਦਾ ਸਹਿਜ, ਸੰਜਮ, ਸੰਤੋਖ, ਧੀਰਜ, ਸਹਿਨਸ਼ੀਲਤਾ ਤੇ ਨਿਮਰਤਾ ਅੱਜ ਦੁਨੀਆ ਦੇ ਕੋਨੇ-ਕੋਨੇ 'ਚ ਪਹੁੰਚ ਚੁੱਕਾ ਹੈ ਤੇ ਦੁਨੀਆ ਦੇ ਕੋਨੇ-ਕੋਨੇ 'ਚ ਬੈਠੇ ਲੋਕ ਮੋਦੀ ਸਰਕਾਰ ਨੂੰ ਲਾਂਤਾਂ ਪਾ ਰਹੇ ਨੇ। ਵੀਰ ਜੀ ਨੇ ਮੈਨੂੰ ਟਾਈਮ ਇੰਨਾ ਕੀ ਦਿੱਤਾ ਸੀ। ਮੇਰੇ ਨਾਲ ਗੁਰਵਿੰਦਰ ਸਿੰਘ ਜਲਾਲਿਆਣਾ, ਸਾਧ ਸਮਾਜਿਕ ਗੂੰਜ ਤੋਂ, ਸੁਖਵਿੰਦਰ ਸਿੰਘ ਬੱਬੂ, ਗੋਬਿੰਦ ਐਗਰੀਕਲਚਰ ਵਰਕਸ, ਪੰਜਗਰਾਈ ਕਲਾਂ ਕੋਟਕਪੂਰਾ ਤੋਂ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਬਹੁਤ ਧੰਨਵਾਦ ਜੀ। ਹੁਣ ਮੈਂ ਬੇਨਤੀ ਕਰਾਂਗਾ ਨਿਰਭੈ ਸਿੰਘ ਜੀ ਰਾਜੇਵਾਲ ਤੁਹਾਡੇ ਨਾਲ 1.5 ਮਿੰਟ ਲਈ ਤੁਹਾਡਾ ਧੰਨਵਾਦ ਕਰਨਗੇ, ਸ਼ੁਕਰੀਆ ਅਦਾ ਕਰਨਗੇ। ਪੰਡਾਲ ਦੇ ਵਿੱਚ ਬੈਠੇ ਮੇਰੇ ਕਿਸਾਨ ਦੋਸਤੋ, ਵੱਖ-ਵੱਖ ਜਥੇਬੰਦੀਆਂ ਤੋਂ ਪਹੁੰਚੇ ਹੋਏ ਮੇਰੇ ਸਾਥੀਓ, ਸਾਰਿਆਂ ਨੂੰ ਮੈਂ ਜੀ ਆਖਦਾ, ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ ਆਪਾਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਾਂ, ਇੱਕ ਪਾਸੇ ਜੋਕਾਂ ਦਾ ਰਾਜ ਆ, ਇੱਕ ਪਾਸੇ ਲੋਕਾਂ ਦਾ ਰਾਜ ਆ। ਕਿਉਂਕਿ ਇੱਕ ਪਾਸੇ ਕਿਰਤ ਕਰਨ ਵਾਲਾ ਭਾਈ ਲਾਲੋ ਆ ਤੇ ਇੱਕ ਪਾਸੇ ਮਾਲਕ ਭਾਗੋ ਆ। ਲੜਾਈ ਸਿਰਫ ਇਹੀ ਆ ਕਿਸਾਨ ਦੋਸਤੋ, ਟਾਈਮ ਹੈ ਨਹੀਂਗਾ, ਕਿਉਂਕਿ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਅਸੀਂ ਚੱਲੇ ਆ। ਉਹਨਾਂ ਨੇ ਵੀ ਸਾਡੀ ਖਾਤਰ ਕੁਰਬਾਨੀਆਂ ਦਿੱਤੀਆਂ ਸੀਗੀਆਂ। ਉਹ ਭਗਤ ਸਿੰਘ ਸਰਾਭੇ ਹੋਰਾਂ ਦੇ ਰਗਾਂ ਦੇ ਵਿੱਚ ਸਾਡਾ ਖੂਨ ਹੈਗਾ। ਉਹਨਾਂ ਚਿਰ ਇੱਥੋਂ ਅਸੀਂ ਨਹੀਂ ਜਾਵਾਂਗੇ ਜਿੰਨਾ ਚਿਰ ਸਰਕਾਰ ਆਰਡੀਨੈਂਸ ਕਾਨੂੰਨ ਵਾਪਸ ਨਹੀਂ ਕਰੂਗੀ। ਟਾਈਮ ਘੱਟ ਹੈ, ਇੰਨਾ ਕਹਿੰਦਾ ਮੈਂ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਨਾਲ ਜਸਮੇਲ ਸਿੰਘ ਚੰਨਣਵਾਲ ਤੇ ਹੋਰ ਮੇਰੇ ਸਾਥੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਧੰਨਵਾਦ ਜੀ, ਧੰਨਵਾਦ, ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਕਰਦੇ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ। ਉਹ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਇੱਥੇ ਆਉਣ ਤੇ ਅਸੀਂ ਇਸ ਸੰਘਰਸ਼ ਸੰਯੁਕਤ ਮੋਰਚੇ ਵੱਲੋਂ ਉਹਨਾਂ ਦਾ ਜੀ ਆਇਆਂ ਆਖਦੇ ਹਾਂ। ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਜੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ੁਰੂ ਕਰਦਾ ਹਾਂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਹੀ ਰਹਿਮ ਕਰਨ ਵਾਲਾ ਹੈ। ਕਿਸਾਨ ਅੰਦੋਲਨ ਜਿਹੜਾ ਹੈ ਪੂਰੀ ਦੁਨੀਆ 'ਚ ਫੈਲ ਗਿਆ ਹੈ ਤੇ ਬਹੁਤ ਸਾਰੇ ਲੋਕ, ਖਾਸ ਕਰਕੇ ਸਭ ਤੋਂ ਪਹਿਲਾਂ ਮੈਂ ਗੋਦੀ ਮੀਡੀਆ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਲਗਾਤਾਰ ਲੱਗੇ ਹੋਏ ਹੋ ਕਿ ਕਿਸਾਨ ਅੰਦੋਲਨ ਜਿਹੜਾ ਅੱਤਵਾਦੀਆਂ ਦਾ ਅੰਦੋਲਨ ਹੈ, ਖਾਲਿਸਤਾਨ ਦਾ ਅੰਦੋਲਨ ਹੈ। ਅੱਖਾਂ ਖੋਲ ਕੇ ਇੱਥੇ ਆ ਕੇ ਦੇਖ ਲਓ, ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਫਲਸਫਾ ਪੰਜਾਬੀਆਂ ਨੂੰ ਦਿੱਤਾ ਸੀਗਾ, ਅੱਜ ਉਸ ਫਲਸਫੇ ਦੇ ਨਾਲ ਹਰਿਆਣਾ, ਯੂਪੀ, ਪੂਰਾ ਦੇਸ਼ ਜਿਹੜਾ ਹੈ ਉਹ ਛਾਤੀ ਠੋਕ ਕੇ ਤੁਹਾਡੇ ਖਿਲਾਫ ਖੜਾ ਹੈ। ਇਹ ਕਿਸੇ ਇੱਕ ਦਾ ਅੰਦੋਲਨ ਨਹੀਂ, ਇਸ ਦੇਸ਼ ਦੀ ਮਿੱਟੀ ਦਾ ਅੰਦੋਲਨ ਹੈ ਜਿਹਨੂੰ ਰੋਕਿਆ ਨਹੀਂ ਜਾ ਸਕਦਾ ਇਨਸ਼ਾਅੱਲਾ ਤਾਲਾ। ਬਾਰ-ਬਾਰ ਸਰਕਾਰ ਕਹਿੰਦੀ ਹੈ ਕਿ ਤੁਹਾਨੂੰ ਸਮਝ ਨਹੀਂ ਆਇਆ, ਅਸੀਂ ਕਿਸਾਨਾਂ ਦੇ ਹਿੱਤ ਦੀ ਗੱਲ ਕੀਤੀ ਹੈ। ਉਹ ਇਹ ਕੈਸਾ ਹਿੱਤ ਹੈ ਜਿਹੜਾ ਸਾਡੇ ਪੱਲੇ ਨਹੀਂ ਪੈਣ ਡਿਆ? ਕਿਸਾਨਾਂ ਦੀ ਨਹੀਂ, ਸਰਕਾਰ ਨੇ ਪੂੰਜੀਪਤੀਆਂ ਦੇ ਹਿੱਤ ਦੀ ਗੱਲ ਕੀਤੀ ਹੈ। ਔਰ ਮੋਦੀ ਜੀ, ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਇੰਡੀਆ ਟੀਵੀ ਵਾਲੇ, ਜ਼ੀ ਨਿਊਜ਼ ਵਾਲੇ, ਅੱਜ ਤੱਕ ਵਾਲੇ, ਉਹ ਦੱਬ ਕੇ ਝੂਠ ਬੋਲ ਲਓ। ਇਤਿਹਾਸ ਲਿਖਿਆ ਜਾਏਗਾ ਕਿ ਜਦ ਗੋਦੀ ਮੀਡੀਆ ਝੂਠ ਬੋਲ ਰਿਹਾ ਸੀ ਤੇ ਪੰਜਾਬ ਦਾ ਸੱਚ ਹਰਿਆਣਿਆਂ ਦੇ ਨਾਲ ਗਰਜ ਰਿਹਾ ਸੀ। ਇਹ ਇਤਿਹਾਸ ਲਿਖਿਆ ਜਾਏਗਾ। ਇਤਿਹਾਸ ਨੇ ਇਹ ਗੱਲ ਦੁਹਰਾਈ ਹੈ। ਅੱਜ ਇੱਥੇ ਸਾਰੇ ਧਰਮਾਂ ਦੇ, ਜ਼ਾਤਾਂ ਦੇ, ਬਰਾਦਰੀਆਂ ਦੇ ਲੋਕ ਬੈਠੇ ਨੇ। ਮੈਨੂੰ ਇੱਕ ਬਾਊ ਨੇ ਪੁੱਛਿਆ, ਤੁਹਾਨੂੰ ਪਤਾ ਕਿਸਾਨ ਅੰਦੋਲਨ ਕੀ ਹੈ? ਮੈਂ ਕਿਹਾ ਹਾਂ ਪਤਾ ਹੈ। ਇੱਕ ਦੁਕਾਨਦਾਰ ਹੈ, ਉਹਨੂੰ ਇਹ ਹੁਕਮ ਹੈ ਕਿ ਆਪਣਾ ਮਾਲ ਨਕਦ ਵੇਚ, ਉਧਾਰ ਵੇਚ, ਕਿਸ਼ਤਾਂ ਤੇ ਵੇਚ, ਭਾਵੇਂ ਫ੍ਰੀ ਦੇ ਦੇ, ਭਾਵੇਂ ਆਨਲਾਈਨ ਵੇਚ ਦੇ। ਉਹ ਦੁਕਾਨਦਾਰ ਤੁਸੀਂ ਆਜ਼ਾਦ ਕਰ ਦਿੱਤਾ ਅੰਡਾਨੀਆਂ ਔਰ ਅੰਬਾਨੀਆਂ ਦੀ ਸ਼ਕਲ 'ਚ। ਕਿਸਾਨ ਨੂੰ ਕਹਿੰਦੇ ਹੋ ਕਿ MSP ਨਹੀਂ ਦੇਣੀ, ਕਿਸਾਨ ਨੂੰ ਕਹਿੰਦੇ ਹੋ ਮੰਡੀ ਨਹੀਂ ਜਾਣਾ, ਕਿਸਾਨ ਨੂੰ ਕਹਿੰਦੇ ਹੋ ਆੜਤੀਆਂ ਕੋ ਨਹੀਂ ਜਾਣਾ। ਉਹ ਆਜ਼ਾਦ ਦੇਸ਼
ਦੇਸ਼ ਦੇ ਵਿੱਚ ਅੰਨਦਾਤੇ ਨੂੰ ਗੁਲਾਮ ਬਣਾਉਣਾ ਚਾਹੁੰਦੇ ਹੋ, ਕਿਆਮਤ ਆ ਸਕਦੀ ਹੈ, ਕਿਸਾਨ ਗੁਲਾਮ ਨਹੀਂ ਹੋ ਸਕਦਾ ਹੈ। ਔਰ ਜਿੱਥੇ ਤੱਕ ਰਹਿ ਗਈ ਗੱਲ ਧਰਮਾਂ ਦੀ, ਤੇ ਮੈਂ ਦੱਸਣਾ ਚਾਹੁੰਦਾ ਦਿੱਲੀ ਦੇ ਤਖਤ ਨੂੰ ਕਿ ਜਿੱਦਣ ਦਸਮ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼ਮਸ਼ੀਰ ਚੱਕੀ ਸੀ ਨਾ ਵਕਤ ਦੇ ਹੁਕਮਰਾਨਾਂ ਦੇ ਖਿਲਾਫ, ਜਦ ਵਜ਼ੀਰ ਖਾਂ ਦੇ ਗੋਡੇ ਥੱਲੇ ਲਵਾਏ ਸੀ, ਤੇ ਉਦੋਂ ਵੀ ਨਬੀ ਖਾਂ ਤੇ ਗਨੀ ਖਾਂ ਪੀਰ ਬੁੱਧੂ ਸ਼ਾਹ ਗੁਰੂ ਸਾਹਿਬ ਦੇ ਨਾਲ ਸੀ, ਤੇ ਅੱਜ ਵੀ ਨਾਲ ਨੇ, ਤੇ ਹਮੇਸ਼ਾ ਨਾਲ ਡਟ ਕੇ ਖੜੇ ਰਹਿਣਗੇ ਇਨਸ਼ਾਅੱਲਾ ਤਾਲਾ। ਮੈਂ ਤੁਹਾਡਾ ਬਹੁਤ ਰਿਣੀ ਆ। ਸਵੇਰੇ ਲੁਧਿਆਣਿਓਂ ਤੁਰੇ ਸਰਦਾਰ ਪ੍ਰਿਤਪਾਲ ਸਿੰਘ ਜੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਪ੍ਰਧਾਨ, ਮੇਰੇ ਪ੍ਰਧਾਨ ਚਾਚੂ ਜੀ ਨਾਲ ਨੇ। ਹਮੇਸ਼ਾ ਅਸੀਂ ਇਹਨਾਂ ਦੀ ਰਹਿਨੁਮਾਈ ਦੇ ਵਿੱਚ ਅੱਗੇ ਤੁਰੇ ਆ। ਮੈਂ ਸੋਚਿਆ ਸੀ ਵੀ ਆ ਕੇ ਤੁਹਾਡੇ ਨਾਲ ਨਾ ਦੋ ਕੁ ਗੱਲਾਂ ਉਰਦੂ ਚ ਕਰਾਂਗਾ। ਗੋਦੀ ਮੀਡੀਆ ਵਾਲਿਆਂ ਦਾ ਪਤਾ ਨਹੀਂ ਲੱਗਦਾ, ਕਈ ਵਾਰੀ ਪੰਜਾਬੀ ਚ ਦੋ ਕੁ ਚਿੱਤਰ ਮਾਰੀ ਦੇ, ਫਿਰ ਕਹਿ ਦਿੰਦੇ ਵੀ ਇਹਨਾਂ ਨੇ ਤਾਂ ਅੱਤਵਾਦੀਆਂ ਵਾਲੀ ਗੱਲ ਕਰ ਦਿੱਤੀ ਹੈ। ਤੇ ਜਾਂਦਾ ਜਾਂਦਾ ਬਸ ਇੱਕੋ ਹੀ ਸ਼ੇਰ ਉਹਨਾਂ ਦੀ ਨਜ਼ਰ ਕਰਨਾ ਚਾਹੁੰਦਾ ਹਾਂ कि वो गाली भी मुझे दे तो मैं सुनकर जब्त करता हूं। साढ़े दुश्मन नु क्या, विरोधियां नु, वो गाली भी मुझे दे तो मैं सुन के जब्त करता हूं। जब्त मतलब सहन कर लेना। और मेरे दुश्मन समझते हैं मुझे गुस्सा नहीं आता। वो गाली भी मुझे दे तो मैं सुन के जब्त करता हूं। मेरे दुश्मन समझते हैं मुझे गुस्सा नहीं आता। मेरे घर के बड़े अक्सर मुझे ये दर्स देते हैं। कहता वड्डियां ने मैनू ये सबक दिता है। मेरे घर के बड़े अक्सर मुझे ये दर्स देते हैं कि कुत्ता काट भी ले तो उसे काटा नहीं जाता। पंजाब दे शाही इमाम मौलाना हबीबुर रहमान लुधियानवी वालों और मैं बतौर नायब शाही इमाम तुहानू यकीन दिलाना कि उन्हें कहा कि करो ना फिक्र, जरूरत पड़ी तो हम देंगे। करो ना फिक्र, जरूरत पड़ी तो हम देंगे लहू का तेल चिरागों में डालने के लिए। बहुत बहुत धन्यवाद मौलाना लुधियानवी साहब। ਹੁਣ ਮੈਂ ਬੇਨਤੀ ਕਰਾਂਗਾ ਮਹੰਤ ਜਸਵੀਰ ਦਾਸ ਜੀ, ਉਹ ਤੁਹਾਡੇ ਨਾਲ 1 ਮਿੰਟ ਲਈ ਵਿਚਾਰ ਸਾਂਝੇ ਕਰਨਗੇ। ਮਹੰਤ ਜਸਵੀਰ ਦਾਸ ਜੀ। ਮੰਚ ਤੇ ਬੈਠੇ ਮੇਰੇ ਬਜ਼ੁਰਗੋ ਤੇ ਸਟੇਜ ਦੇ ਥੱਲੇ ਬੈਠੇ ਮੇਰੇ ਬਜ਼ੁਰਗੋ, ਮਾਤਾਓ, ਭੈਣੋ, ਵੀਰੋ, ਗੱਜ ਕੇ ਫਤਿਹ ਬੁਲਾਓ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਅੱਜ ਮੈਂ ਇੱਥੇ ਭਾਰਤ ਸਾਧੂ ਸਮਾਜ ਦਾ ਜਨਰਲ ਸੈਕਟਰੀ ਹੋਣ ਦੇ ਨਾਤੇ ਸਾਡੇ ਪ੍ਰਧਾਨ ਸ਼ੰਕਰਾਚਾਰੀਆ ਜਗਤ ਗੁਰੂ ਸ਼ੰਕਰਾਚਾਰੀਆ ਜੀ ਕੰਨੋਂ ਆਇਆ, ਤੇ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਸੰਤ ਸਮਾਜ ਤੁਹਾਡੇ ਨਾਲ ਆ ਵੀਰੋ। ਇਹ ਕਿਸਾਨ ਸੰਮੇਲਨ ਦੇ ਵਿੱਚ ਸੰਤ ਸਮਾਜ ਤੁਹਾਡੇ ਨਾਲ ਆ। ਇਸ ਦੇ ਲਈ ਨਾਲ ਮੈਨੂੰ 1 ਮਿੰਟ ਦਾ ਸਮਾਂ ਮਿਲਿਆ। ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ, ਲੋਹੇ ਨੂੰ ਲੋਹਾ ਕੱਟਦਾ ਹੁੰਦਾ। ਇਹ ਅੰਨੀ ਬੋਲੀ ਸਰਕਾਰ ਨੂੰ ਕੱਟਣ ਲਈ ਅੱਜ ਮੈਂ ਤੁਹਾਡੇ ਸਾਹਮਣੇ ਅਨਾਉਂਸ ਕਰਨ ਜਾ ਰਿਹਾ। मैं मेरे नाल अर्जुन आर्य, जगतार सिंह ढींसा ते हेमंत तुसावर ते होर भी कई साडे पवन ते सज्जन ने जो साडे नाल अज तो हुणे तो इत्थे वर्त ते बैन जा रहे ने। जे इन्नी सरकार बोली सरकार ने ना कानून वापस ले ते असीं मरण वर्त भी धरांगे। ते उस लई असीं अज इत्थे अनाउंस करन जा रहे हां भी असीं अज तो हुणे तो इत्थे मरण वर्त ते बैठन जा रहे हां। ਤੇ ਜੇ ਨਹੀਂ ਕਰਨਗੇ ਤਾਂ ਮਰਨ ਵਰਤ ਵੀ ਧਰਾਂਗੇ, ਕਿਉਂਕਿ ਦਰਸ਼ਨ ਸਿੰਘ ਫੇਰੂਮਾਨ ਨੇ ਪੰਜਾਬ ਲਈ ਬਲੀਦਾਨ ਦਿੱਤੇ ਸੀਗੇ। ਉਸੇ ਪਾਲਿਆਂ ਤੇ ਚੱਲਦੇ ਹੋਏ ਸੰਤ ਸਮਾਜ ਨੇ ਵੀ ਕਿਹਾ ਵੀ ਹਾਂ ਇਹ ਮੰਗਾਂ ਨੂੰ ਪੂਰੀਆਂ ਕਰਾਉਣ ਲਈ ਸਾਨੂੰ ਆਪਣਾ ਵੀ ਬਲੀਦਾਨ ਦੇਣਾ ਪਿਆ ਤੇ ਅਸੀਂ ਦੇਵਾਂਗੇ। ਇੰਨੀਆਂ ਗੱਲਾਂ ਤੋਂ ਮੈਂ ਤੁਹਾਡੇ ਤੋਂ ਇਜਾਜ਼ਤ ਚਾਹਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਬੇਨਤੀ ਹੈ, ਵੈਸੇ ਤੇ ਭਾਰਤ ਦਾ ਇਹ ਸਾਰੇ ਹਰ ਵਰਗ ਦਾ ਯੁੱਧ ਹੈ, ਪਰ ਜਿਹੜੀ ਕੌਮ ਲੀਡ ਕਰ ਰਹੀ ਹੈ ਨਾ ਉਹ ਰੱਜ ਕੇ ਲੜਨ ਵਾਲੀ ਹੈ।
ਸੋ ਮੇਰੀ ਬੇਨਤੀ ਹੈ ਮਰਨ ਵਰਤ ਵਾਲੀ ਗੱਲ ਹੱਲੇ ਤੱਕ ਇਸ ਤਰ੍ਹਾਂ ਦੀ ਗੱਲ ਇਸ ਸਟੇਜ ਤੋਂ ਨਾ ਕੀਤੀ ਜਾਵੇ। ਮੈਂ ਭਰਾਵਾਂ ਨੂੰ ਆਪਣੇ ਸਤਿਕਾਰਯੋਗ ਸਾਥੀਆਂ ਨੂੰ ਬੇਨਤੀ ਕਰਦਾ ਕਿ ਇਸ ਤਰ੍ਹਾਂ ਦਾ ਹੱਲੇ ਤੱਕ ਕੋਈ ਵੀ ਬੱਚੇ ਨੇ ਵਰਤ ਰੱਖਿਆ ਸੀ ਤੇ ਅਸੀਂ ਉਹਨੂੰ ਬੇਨਤੀ ਕਰਕੇ ਉਹਨੂੰ ਉਠਾਤਾ ਸੀ। ਹੱਲੇ ਤੱਕ ਇਸ ਤਰ੍ਹਾਂ ਦਾ ਕੋਈ ਏਜੰਡਾ ਨਹੀਂ, ਇਸ ਤਰ੍ਹਾਂ ਦੀ ਕੋਈ ਸਲਾਹ ਨਹੀਂ। ਸੋ ਇਹ ਗੱਲ ਨਾ ਕੀਤੀ ਜਾਵੇ ਹੱਲੇ। ਸੋ ਹੁਣ ਮੈਂ ਕਰਨੈਲ ਸਿੰਘ ਜੀ ਮਸਾਣੀਆਂ ਉਹ ਤੁਹਾਡੇ ਨਾਲ 1 ਮਿੰਟ ਨਾਲ ਇੱਕ ਕਵਿਤਾ ਸਾਂਝੀ ਕਰਨਗੇ। ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਸਟੇਜ ਤੇ ਆਉਣ। ਕਿਕਰਾ ਵੇ ਕੰਡਿਆਲਿਆ ਕਿਉਂ ਬੈਠਾ ਜੰਡ ਥੱਲੇ ਹੋ, ਹੱਕ ਜਿਨ੍ਹਾਂ ਦੇ ਆਪੇ ਲੈਣਗੇ ਖੋ। ਮੈਨੂੰ ਟਾਈਮ ਬੜਾ ਘੱਟ ਮਿਲਿਆ, ਮੈਂ ਛੇਤੀ ਮੁਕਾਉਣਾ। ਇਹ ਸੈਂਟਰ ਸਰਕਾਰ ਨੇ ਸੰਨ 70 ਚ ਇਹ ਭੁੱਖੇ ਮਰਦੇ ਲੋਕ ਸਨ ਅਮਰੀਕਾ ਤੋਂ ਕਣਕ ਮੰਗਾਉਂਦੇ ਸੀ। ਸੰਨ 70 ਚ ਕਿਸਾਨਾਂ ਨੂੰ ਕਿਹਾ ਤਗੜੇ ਹੋ ਕੇ ਸਾਡੀ ਹਰਾ ਇਨਕਲਾਬ ਲਿਆਓ। ਕਿਸਾਨਾਂ ਨੇ ਤੁਸਾਂ ਹਰਾ ਇਨਕਲਾਬ ਲਿਆ ਕੇ ਇਹਨਾਂ ਦੀਆਂ ਕੋਠੀਆਂ ਭਰ ਦਿੱਤੀਆਂ। ਬਾਅਦ ਚ ਇਹਨਾਂ ਨੇ ਸੰਨ 78 ਚ ਕਿਹਾ ਵੀ ਹੁਣ ਸਾਨੂੰ ਦੁੱਧ ਦੀ ਲੋੜ ਹੈ। ਇਹਨਾਂ ਨੇ ਕਿਹਾ ਚਿੱਟਾ ਇਨਕਲਾਬ ਦੀ ਲੋੜ ਹੈ। ਕਿਸਾਨਾਂ ਤੋਂ ਹਰ ਚਿੱਟਾ ਇਨਕਲਾਬ ਲਿਆ ਕੇ ਦਿੱਤਾ ਔਰ ਇਹਨਾਂ ਦੇ ਢੋਲ ਭਰ ਦਿੱਤੇ। ਹੁਣ ਅਸੀਂ 2 ਇਨਕਲਾਬ ਇਹਨਾਂ ਦੀ ਮਰਜ਼ੀ ਨਾਲ ਆਉਂਦੇ ਨੇ। ਤੀਜਾ ਇਨਕਲਾਬ ਸਾਨੂੰ ਇਹ ਮੰਨਦੇ ਨਹੀਂ। ਅਸੀਂ ਤੀਜਾ ਇਨਕਲਾਬ ਆਪਣੀ ਮਰਜ਼ੀ ਨਾਲ ਲਿਆਵਾਂਗੇ। ਉਹ ਕਿਸਾਨ ਵੀਰੋ ਉਹ ਕਿਹੜਾ ਇਨਕਲਾਬ ਹੈ? ਇਹਨਾਂ ਨੂੰ ਭੁੱਖੇ ਮਾਰਨ ਦਾ ਇਨਕਲਾਬ ਅਸੀਂ ਲਿਆਵਾਂਗੇ। ਉਹ ਤੀਜਾ ਇਨਕਲਾਬ ਆਪਣੀ ਮਰਜ਼ੀ ਨਾਲ ਲਿਆਵਾਂਗੇ। ਉਹ ਲੈ ਕੇ ਆਉਣਾ ਤਾਂ ਇਹਨਾਂ ਨੇ ਬੰਦੇ ਬਣਨਾ। ਮੇਰੀ ਇੱਕ ਛੋਟੀ ਜੀ ਕਵਿਤਾ ਕਿਸਾਨ ਵੀਰੋ ਕਿਸਾਨੀ ਤੇ ਆ। ਤੂੰ ਕਿੰਜੀ ਆਲਣਾ ਸਾਂਭੇਗਾ, ਤੂੰ ਕਿੰਜੀ ਆਲਣਾ ਸਾਂਭੇਗਾ, जब दरख्त ना कटवा देना तू मरदा चंद सिहाड़ा ते तेरा देश ही उन्हें वका देना। तू किंजी आलना सामभेगा जब दरख्त ना कटवा देना। घर घाट खेत खलवाड़ तेरे, घर घाट खेत खलवाड़ तेरे उन्हें विच बाजार वका देने। ओ तू सामभी जा दस्तारां नू तेरे सिर बोली ते ला देने ने। ओ तू किंजी आलना सामभेगा जब दरख्त ना कटवा देना। जड़ धर्म अमान दी पुट सुटनी आ मोदी दे आज काम करना। जड़ धर्म अमान दी पुट सुटनी नफरत दे मले अगाउने ने। ओ तू सांभ तेग तरसूल पुड़ा तेरे हाथ ही गहने पा देने। तू किंजी आलना सांभेगा जद दरख्त ना कटवाड़े देने। तू मरदा चंद सिहाड़ा ते तेरा देश ही उन्हें वका देना। कल पिंड तेरे दियां जूहां ते, कल पिंड तेरे दियां जूहां ते तैनू करके बिस्त बहा देना जो जमीन साड़ियां ले लड़ियां ने। तू किंजी आलना सामभेगा जद दरख्त ना कटवा देना। आंदा बुक्कल चों कढ़ के मुजरे नू कंपनियां लिया लिया तुहाडे घर वाड़ देणियां। बुक्कल चों कढ़ के मुजरे नू तेरे वेड़े विच नचा देना। धीआं दे नंगे जिस्मां ते तैनू करना मान सिखा देना। ओए धीआं दे नंगे जिस्मां ते तेनू करना मान सिखा देना। ये मिट्टी है जो मां तेरी, ये मिट्टी है जो मां तेरी, ये बह हो जा हो गए। तू किंजी आलना सामभेगा जद दरख्त ना कटवाड़े देना। अखीर ते जी उठ किसान वीरो उठ चुप तोड़, उठ चुप तोड़। इस चुप ने तेरा हर सुपना कतल करा देना। तू किंजी आलना सामभेगा जद दरख्त ना कटा देना। तू मरदा 5 सिहाड़ा ते तेरा देश ही उन्हें वका देना। तगड़े हो किसान वीरो 8 महीने का धरना तगड़े होके ला देना जी। वेखी जाए इनकलाब, इनकलाब साडे हक, साडे हक भगत सिंह तेरी सोच ते, भगत सिंह तेरी सोच ते। वाहेगुरु जी का खालसा। बहुत बहुत धन्यवाद बापू जी का। हुण हंसाली वाले बाबा जी संगत वास्ते गर्म कपड़े ते लंगर लैके आए हैं। उन्हां वालों संगत दे रूबरू होणगे ईश्वरप्रीत सिंह जी। उन्हां तो बाद आखिरी बुलारे सरदार ਪ੍ਰਿਤਪਾਲ ਸਿੰਘ जी मुख सेवादार गुरुद्वारा दुख निवारण साहब। इन्हां तो बाद समाप्ति है जी। एक रंगा रंग प्रोग्राम जिहड़ा वो होएगा। हुण मैं बेनती करांगा ईश्वर सिंह जी, ईश्वरप्रीत सिंह जी। वाहेगुरु जी का खालसा, श्री वाहेगुरु जी की फतेह। संत बाबा अजीत सिंह जी हंसाली साहब वाले,
ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਸਾਹਿਬ ਵੱਲੋਂ ਗਰਮ ਕੱਪੜਿਆਂ ਦੀ ਤੇ ਲੰਗਰ ਦੀ ਸੇਵਾ ਚੱਲ ਰਹੀ ਹੈ। ਜਦ ਮਹਾਂਪੁਰਖਾਂ ਨੂੰ ਪਤਾ ਲੱਗਿਆ ਕਿ ਕੱਲ ਮੌਸਮ ਖਰਾਬ ਸੀਗਾ ਤੇ ਆਪਣੇ ਕਿਸਾਨ ਵੀਰ ਛੋਟੇ ਭੈਣ ਭਰਾ ਜਿਹੜੇ ਕਿ ਠੰਡ ਲੱਗਣ ਕਾਰਨ ਥੋੜੀ ਤਕਲੀਫ ਮਹਿਸੂਸ ਹੋਈ, ਉਦੋਂ ਹੀ ਮਹਾਂਪੁਰਖਾਂ ਨੇ ਸਾਡੀ ਸੇਵਾ ਲਾਈ ਕਿ ਭਾਈ ਤੁਸੀਂ ਜਾ ਕੇ ਉੱਥੇ ਜਿੰਨੇ ਵੀ ਕਿਸਾਨ ਵੀਰ ਨੇ ਉਹਨਾਂ ਨੂੰ ਕੰਬਲਾਂ ਦੀ ਸੇਵਾ ਤੇ ਲੰਗਰ ਦੀ ਸੇਵਾ ਕਰੋ। ਇੰਨੇ ਸ਼ਬਦਾਂ ਨਾਲ ਮੈਂ ਮਹਾਂਪੁਰਸ਼ਾਂ ਦਾ ਧੰਨਵਾਦ ਕਰਦਾ ਤੇ ਤੁਹਾਡੀ ਸਾਰੀ ਸੰਗਤ ਦਾ ਧੰਨਵਾਦ ਕਰਦਾ। ਫਿਰ ਮੈਂ ਇੱਕ ਵਾਰੀ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਤੇ ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਸਾਹਿਬ ਵੱਲੋਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਦਾ ਖਾਲਸਾ, ਸ੍ਰੀ ਵਾਹਿਗੁਰੂ ਜੀ ਦੀ ਫਤਿਹ। ਸਤਿ ਸ੍ਰੀ ਅਕਾਲ। ਸਰਦਾਰ ਪ੍ਰਿਤਪਾਲ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਲੁਧਿਆਣਾ। बहुत ही सत्कारयोग सामने बैठे भैनों ते वीरों ਅਤੇ ਸਤਿਕਾਰਯੋਗ बुजुर्गों, गुरु बख्शी फतेह प्रवान करो। वाहिगुरु जी का खालसा, वाहिगुरु जी की फतेह। धन्नवादियां धन धन श्री गुरु ग्रंथ साहिब जी का, जिन्हां दी अपार बख्शिश ते रहमत का सदका अज मोदी सरकार ने जो साडे नाल धक्का करन लई 3 कानून भारती किसान यूनियन ते थोपे, ਉਹਦੇ ਲਈ ਸਮੁੱਚੀ ਸਾਰੀਆਂ ਹੀ ਕੌਮਾਂ ਇਸ ਮੰਚ ਦੇ ਇਕੱਤਰ ਹੋਈਆਂ, ਜਿੱਥੇ ਭਾਰਤੀ ਕਿਸਾਨ ਯੂਨੀਅਨ ਦੇ ਸੱਦੇ ਤੇ ਸਾਰੇ ਧਰਮਾਂ ਦੇ ਲੋਕ ਅੱਜ ਬਹੁਤ ਵੱਡੀ ਗਿਣਤੀ ਵਿੱਚ, ਜਦੋਂ ਵੀ ਇਹ ਮੋਰਚਾ ਆਰੰਭ ਹੋਇਆ, ਇਹ ਬਹੁਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰ ਰਹੇ ਹਨ। ਮੈਂ ਸਾਰੀਆਂ ਹੀ ਪੰਜਾਬ ਦੀਆਂ ਜਿੱਥੇ ਵੱਖ-ਵੱਖ ਕੋਨਿਆਂ ਤੋਂ ਆ ਰਹੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ, ਇਹ ਸੰਘਰਸ਼ ਦੇ ਵਿੱਚ ਜਦੋਂ ਵੀ ਕੋਈ ਸੱਦਾ ਆਉਂਦਾ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਓ। ਤਨ ਮਨ ਧਨ ਦੇ ਨਾਲ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਸਾਰਿਆਂ ਦਾ ਫਰਜ਼ ਬਣਦਾ ਇਕੱਤਰ ਹੋ ਕੇ ਦਿਨ ਦੁਗਣੀ ਭੱਜ ਕੇ ਇੱਥੇ ਇਕੱਤਰ ਹੋਈਏ ਔਰ ਮੋਦੀ ਸਰਕਾਰ ਨੂੰ ਪਤਾ ਲੱਗ ਜਾਏ ਮਨੂੰ ਸਾਡੀ ਦਾਤਰੀ ਅਸੀਂ ਮਨੂੰ ਦੇ ਸੋਏ, ਜਿਉਂ ਜਿਉਂ ਮਨੂੰ ਵੱਢਦਾ ਅਸੀਂ ਦੌਣ ਸੁਆਏ ਹੋਏ। ਅੱਜ ਦੇ ਦਿਨ ਤੇ ਮੈਂ ਸਮੁੱਚੀ ਜਗਤ ਨੂੰ ਬੇਨਤੀ ਕਰਾਂਗਾ, ਭਾਰਤੀ ਕਿਸਾਨ ਯੂਨੀਅਨ ਦੇ ਸੱਦੇ ਤੇ ਸਾਰੇ ਹੀ ਵੀਰਾਂ ਘੱਟ ਕੇ ਇੱਥੇ ਪਹੁੰਚ ਕੇ ਇਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਓ। ਗੁਰਦੁਆਰਾ ਦੁਗਨਾ ਸਾਹਿਬ ਵੱਲੋਂ ਇੱਕ ਗੱਡੀ ਇਸ਼ੂ ਕੱਪੜਿਆਂ ਦੀ ਅਤੇ 21,000 ਰੁਪਇਆ ਇਸ ਸੰਘਰਸ਼ ਦੇ ਲਈ ਇੱਥੇ ਦਿੱਤਾ। ਹੋਰ ਵੀ ਜੋ ਸਾਡੇ ਲਈ ਸੇਵਾ ਲਾਉਣਗੇ ਤਨ ਮਨ ਧਨ ਦੇ ਨਾਲ ਅਸੀਂ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।